बड़े सारे मुद्दे ਤਾਂ ਚੁੱਕੇ ਜਾ ਹੀ ਰਹੇ ਨੇ ਪਰ ਕੁਝ ਇਦਾਂ ਦੀ ਸਿਆਸਤ ਵੀ ਚੱਲ ਰਹੀ ਹੈ ਜਿੱਥੇ ਕਈਆਂ ਦੇ ਕਈ ਕੈਂਡੀਡੇਟਸ ਦੇ ਪੋਸਟਰ ਫਾੜੇ ਜਾ ਰਹੇ ਨੇ ਜਾਂ ਫਿਰ ਉਹਨਾਂ ਦੇ ਉੱਤੇ ਕਾਲਖ ਤੱਕ ਮਲੀ ਜਾ ਰਹੀ ਹੈ। ਹਮੇਸ਼ਾ ਇਹ ਚੀਜ਼ਾਂ ਹੁੰਦੀਆਂ ਹੀ ਰਹਿੰਦੀਆਂ ਨੇ ਕਿ ਕਦੀ ਪੋਸਟਰ ਵਿਵਾਦ ਸ਼ੁਰੂ ਹੋ ਜਾਂਦੇ ਨੇ ਤੇ ਕਦੀ ਹੋਰ ਤਰ੍ਹਾਂ ਦੀਆਂ ਧਮਕੀਆਂ ਜਾਂ ਕਿਸੇ ਵੀ ਕੈਂਡੀਡੇਟ ਦਾ ਦੂਜੇ ਕੈਂਡੀਡੇਟ ਨਾਲ ਭਿੜਨਾ ਆਮ ਜਿਹੀ ਗੱਲ ਹੈ। ਚੈਲੰਜ ਬਾਰੇ ਜਾਣਨਾ ਚਾਹਾਂਗੇ ਕਿਹੜੇ ਇਸ ਵੇਲੇ ਚੀਜ਼ਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ। ਤੁਸੀਂ ਮੇਰੇ ਸਾਈਨ ਪੱਟ ਲੈ ਕੋਈ ਗੱਲ ਨਹੀਂ, ਅਸੀਂ ਹੋਰ ਹੈਗੇ ਨੇ ਮੇਰੇ ਲਈ, ਮੈਂ ਪਾ ਲੂੰਗੀ ਉੱਤੇ। ਯੰਗ ਲੋਕ ਇਦਾਂ ਹੀ ਮਿਸਚਿਫ ਜਿੱਦਾਂ ਤੁਸੀਂ ਕਿਹਾ ਸ਼ਰਾਰਤੀ ਲੋਕ ਇਦਾਂ ਹੀ ਕਰਦੇ ਨੇ ਪਰ ਇਹ ਮਾੜੀ ਗੱਲ ਹੈ ਤੇ ਕਿਸੇ ਹੋਰ ਕੈਂਡੀਡੇਟ ਦੇ ਨਾਲ ਨਾ ਹੋਵੇ, ਇਸ ਕਰਕੇ ਮੈਂ ਟੀਵੀ ਤੇ ਆ ਕੇ ਗੱਲ ਕਰਨਾ ਚਾਹੁੰਦੀ ਸੀ ਤੁਹਾਡੇ ਨਾਲ। ਤਾਂ ਉਹਨਾਂ ਲਈ ਕਿਹੜੀਆਂ ਚੀਜ਼ਾਂ ਉਸ ਕੈਂਡੀਡੇਟ ਬਾਰੇ ਜਾਣਨੀਆਂ ਤੇ ਇੱਕ ਕੈਂਡੀਡੇਟ ਉਹਨਾਂ ਨੂੰ ਕਿਵੇਂ ਇੰਪ੍ਰੈਸ ਕਰ ਸਕਦਾ ਹੈਗਾ। ਉਹ ਲੱਗਦਾ ਨਹੀਂ ਵੀ ਇਹ ਮੇਰੀ ਟੱਕਰ ਦੇ ਹੈਗੇ ਨੇ ਜਾਂ ਇਹਨਾਂ ਤੋਂ ਮੈਨੂੰ ਚੈਲੰਜ ਹੋ ਸਕਦਾ ਹੈ। ਉਹ ਲੱਗਦਾ ਸਾਰਿਆਂ ਤੋਂ ਚੈਲੰਜ ਹੁੰਦੀ ਹੈ ਜੀ, ਜਾਂ ਹਰੇਕ ਤੋਂ ਚੈਲੰਜ ਹੁੰਦੀ ਹੈ। ਡਰ ਤਾਂ ਹੈ ਨਹੀਂ ਕਿਸੇ ਕੋਲੋਂ ਪਰ ਚੈਲੰਜ ਤਾਂ ਜ਼ਰੂਰ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਦਿਨ ਦੀ ਸ਼ੁਰੂਆਤ ਦੇ ਵਿੱਚ ਗੱਲ ਕਰਾਂਗੇ ਇਲੈਕਸ਼ਨ ਦੀ। ਇਲੈਕਸ਼ਨ ਕਿਉਂਕਿ ਮਿਊਨਿਸਪਲ ਚੋਣਾਂ ਹੁਣ ਜਿਵੇਂ ਹੋ ਜਾ ਰਹੀਆਂ ਨੇ, ਇਹਨਾਂ ਚੋਣਾਂ ਦੇ ਵਿੱਚ ਕਾਫੀ ਜ਼ਿਆਦਾ ਗਹਿਮਾ ਗਹਿਮੀ ਤਾਂ ਚੱਲ ਹੀ ਰਹੀ ਹੈ। ਸਰੀ ਦੇ ਵਿੱਚ ਆਪਣੇ ਤੌਰ ਦੇ ਉੱਤੇ ਬੜੀ ਗਹਿਮਾ ਗਹਿਮੀ ਨਜ਼ਰ ਆ ਰਹੀ ਹੈ ਤੇ ਨਾਲ ਦੀ ਨਾਲ ਬਿਲਕੁਲ ਹੀ ਗੁਆਂਢੀ ਸੂਬਾ ਜਿਹੜਾ ਸਾਡਾ ਐਬਸਫੋਰਡ ਹੈ, ਉੱਥੇ ਵੀ ਜਿਹੜੀ ਇਲੈਕਸ਼ਨ ਕੈਂਪੇਨਿੰਗ ਯਾਨੀ ਕਿ ਚੋਣ ਮੁਹਿੰਮ ਹੈ ਨਾ, ਉਹ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਅਜਿਹੇ ਦੇ ਵਿੱਚ ਬੜੇ ਸਾਰੇ ਮੁੱਦੇ ਤਾਂ ਚੁੱਕੇ ਜਾ ਹੀ ਰਹੇ ਨੇ ਪਰ ਕੁਝ ਇਦਾਂ ਦੀ ਸਿਆਸਤ ਵੀ ਚੱਲ ਰਹੀ ਹੈ ਜਿੱਥੇ ਕਈਆਂ ਦੇ ਕਈ ਕੈਂਡੀਡੇਟਸ ਦੇ ਪੋਸਟਰ ਫਾੜੇ ਜਾ ਰਹੇ ਨੇ ਜਾਂ ਫਿਰ ਉਹਨਾਂ ਦੇ ਉੱਤੇ ਕਾਲਖ ਤੱਕ ਮਲੀ ਜਾ ਰਹੀ ਹੈ। ਇੱਦਾਂ ਦੀ ਸਿਆਸਤ ਵੀ ਜਿਹੜੀ ਹੈ ਹੋ ਰਹੀ ਹੈ। ਇੱਦਾਂ ਦੀ ਸਿਆਸਤ ਇਹ ਨਹੀਂ ਵੀ ਇਹ ਪਹਿਲੀ ਵਾਰ ਹੋ ਰਹੀ ਹੈ, ਹਾਲਾਂਕਿ ਜਦੋਂ ਵੀ ਇਲੈਕਸ਼ਨਸ ਚਾਹੇ ਉਹ ਫੈਡਰਲ ਚੋਣਾਂ ਹੋਣ ਜਾਂ ਫਿਰ ਸੂਬੇ ਦੀਆਂ ਚੋਣਾਂ ਹੋਣ, ਹਮੇਸ਼ਾ ਪ੍ਰੋਵਿੰਸ ਦੀਆਂ ਚੋਣਾਂ ਹੋਣ ਜਾਂ ਫਿਰ ਸਿਟੀ ਦੀਆਂ ਇਲੈਕਸ਼ਨਸ ਹੋਣ, ਹਮੇਸ਼ਾ ਇਹ ਚੀਜ਼ਾਂ ਹੁੰਦੀਆਂ ਹੀ ਰਹਿੰਦੀਆਂ ਨੇ ਕਿ ਕਦੀ ਪੋਸਟਰ ਵਿਵਾਦ ਸ਼ੁਰੂ ਹੋ ਜਾਂਦੇ ਨੇ ਤੇ ਕਦੀ ਹੋਰ ਤਰ੍ਹਾਂ ਦੀਆਂ ਧਮਕੀਆਂ ਜਾਂ ਕਿਸੇ ਵੀ ਕੈਂਡੀਡੇਟ ਦਾ ਦੂਜੇ ਕੈਂਡੀਡੇਟ ਨਾਲ ਭਿੜਨਾ ਆਮ ਜਿਹੀ ਗੱਲ ਹੈ। ਪਰ ਜਦੋਂ ਕੈਨੇਡਾ ਬੈਠੇ ਹੁੰਦੇ ਆ ਤਾਂ ਬਹੁਤ ਘੱਟ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ, ਥੋੜ੍ਹੀਆਂ ਨੇ ਇੱਥੇ ਚੀਜ਼ਾਂ। ਐਬਸਫੋਰਡ ਦੇ ਵਿੱਚ ਜਿਹੜੀ ਇਲੈਕਸ਼ਨ ਕੈਂਪੇਨਿੰਗ ਚੱਲ ਰਹੀ ਹੈ ਇਸ ਵੇਲੇ ਸਾਰੇ ਕੈਂਡੀਡੇਟਸ ਆਪਣੇ ਆਪਣੇ ਤੌਰ ਦੇ ਉੱਤੇ ਲੱਗੇ ਹੋਏ ਨੇ, ਬਹੁਤ ਸਾਰੇ ਮੁੱਦੇ ਚੁੱਕ ਰਹੇ ਨੇ ਪਰ ਅਜਿਹੀ ਸਿਆਸਤ ਉੱਥੇ ਦੇਖਣ ਨੂੰ ਮਿਲ ਰਹੀ ਹੈ ਕਿ ਉੱਥੇ ਪੋਸਟਰ ਫਾੜੇ ਜਾ ਰਹੇ ਨੇ ਕਈ ਕੈਂਡੀਡੇਟਸ ਦੇ। ਭਾਰਤੀ ਸੰਧੂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ। ਭਾਰਤੀ ਸੰਧੂ ਸਾਡੇ ਨਾਲ ਪਹਿਲਾਂ ਵੀ ਮੁਖਾਤਿਬ ਹੋ ਚੁੱਕੇ ਨੇ, ਗੱਲਾਂ ਬਾਤਾਂ ਬਹੁਤ ਉਹਨਾਂ ਨਾਲ ਕੀਤੀਆਂ ਸੀਗੀਆਂ ਤੇ ਇਸ ਵੇਲੇ ਭਾਰਤੀ ਸੰਧੂ ਨੇ ਦੱਸਿਆ ਵੀ ਉਹਨਾਂ ਦੇ ਪੋਸਟਰ ਫਾੜੇ ਜਾ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਹ ਪੋਸਟਰ ਵਿਵਾਦ ਆਖਿਰਕਾਰ ਹੈ ਕੀ ਹੈ ਤੇ ਨਾਲ ਦੀ ਨਾਲ ਐਬਸਫੋਰਡ ਦੇ ਲਈ ਉਹਨਾਂ ਦਾ ਚੋਣ ਏਜੰਡਾ ਕੀ ਹੈ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਸੋ ਮੈਂ ਮਿਲਵਾਨੀ ਹਾਂ ਸਾਨੂੰ ਆਪਣੇ ਗੈਸਟ ਦੇ ਨਾਲ। ਭਾਰਤੀ ਸੰਧੂ ਜੀ, ਬਹੁਤ ਬਹੁਤ ਸਵਾਗਤ ਹੈ ਜੀ ਦ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ ਜੀ। ਭਾਰਤੀ, ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਹੁਣ ਤੁਸੀਂ ਅੱਜ ਸਰੀ ਦੇ ਵਿੱਚ ਆਏ ਹੋ ਇੰਟਰਵਿਊ ਦੇਣ ਲਈ, ਆਪਣੇ ਐਬਸਫੋਰਡ ਦਾ ਥੋੜਾ ਜਿਹਾ ਹਾਲ ਸੁਣਾਓ। ਇਲੈਕਸ਼ਨ ਕੈਂਪੇਨ ਜਿਹੜੀ ਹੈ ਉਹ ਕਿਵੇਂ ਚੱਲ ਰਹੀ ਹੈ, ਕੀ ਕੁਛ ਇਸ ਵੇਲੇ ਉੱਥੋਂ ਦਾ ਮਾਹੌਲ ਹੈ? ਹਾਂਜੀ, ਸੋ ਮੈਂ ਤਾਂ ਆਪਣੀ ਕੈਂਪੇਨਿੰਗ ਮਈ ਦੇ ਵਿੱਚ ਸ਼ੁਰੂ ਕੀਤੀ ਆ। ਸੋ ਸਾਰੀ ਸਮਰ ਸੀ ਮੇਰੇ ਕੋਲੇ ਲੋਕਾਂ ਨਾਲ ਮਿਲਣ ਲਈ, ਜਿਹੜੇ ਸਾਡੇ ਡਿਫਰੈਂਟ ਸਟੇਕ ਹੋਲਡਰ ਗਰੁੱਪਸ ਨੇ। ਜਿਵੇਂ ਜੇ ਤੁਸੀਂ ਫਾਰਮਿੰਗ ਕਮਿਊਨਿਟੀ ਨਾਲ ਮਿਲ ਪਾਓ, ਜਦੋਂ ਤੁਸੀਂ ਟਰਾਂਸਪੋਰਟੇਸ਼ਨ ਕਮਿਊਨਿਟੀ ਨਾਲ ਮਿਲ ਪਾਓ, ਜਦੋਂ ਤੁਸੀਂ ਬਿਜ਼ਨਸ ਓਨਰਸ ਨੂੰ ਮਿਲਦੇ ਹੋ, ਜਦੋਂ ਤੁਸੀਂ ਡਿਫਰੈਂਟ ਨੇਬਰਹੁੱਡਸ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਕੇ ਆਉਂਦੇ ਹੋ, ਡਿਫਰੈਂਟ ਤਰੀਕੇ ਨਾਲ ਸਾਡੇ ਨਾਲ ਗੱਲ ਕਰਕੇ ਸਮਝਣੀ ਚਾਹੀਦੀ ਹੈ ਸਾਨੂੰ ਕਿ ਡਿਫਰੈਂਟ ਉਹਨਾਂ ਦੇ ਚੈਲੰਜਸ ਕੀ ਨੇ, ਉਹਨਾਂ ਦੇ ਉਹ ਕੀ ਕਾਹਦੇ ਨਾਲ ਹੈਪੀ ਹੈਗੇ ਨੇ ਕਿ ਸਿਟੀ ਨੇ ਸਾਡੇ ਲਈ ਏਦਾਂ ਕੀਤੀ ਆ, ਅਸੀਂ ਇਸ ਗੱਲ ਦੇ ਨਾਲ ਖੁਸ਼ ਹਾਂ। ਸੋ ਡਿਫਰੈਂਟ ਲੋਕਾਂ ਨਾਲ ਗੱਲ ਕਰਕੇ ਸਾਨੂੰ ਪਤਾ ਲੱਗਦਾ ਕਿ ਕਾਫੀ ਚੈਲੰਜਸ ਹੈਗੇ ਨੇ ਐਬਸਫੋਰਡ ਦੇ ਵਿੱਚ। ਕਾਫੀ ਕੁਛ ਸਿਟੀ ਨੇ ਬਹੁਤ ਵਧੀਆ ਵੀ ਕੀਤੀ ਆ, ਸੋ ਕਾਫੀ ਕੁਛ ਸਾਡਾ ਕੰਮ ਕਰਨ ਵਾਲੇ ਹੈਗੇ ਆ ਹਾਲੇ ਜੀ। ਭਾਰਤੀ, ਬਹੁਤ ਸਾਰੇ ਚੈਲੰਜ ਹੈ ਔਰ ਹਰ ਕੈਂਡੀਡੇਟ ਲਈ ਹੈ। ਤੁਸੀਂ ਫਸਟ ਟਾਈਮ ਇਲੈਕਸ਼ਨਸ ਦੇ ਵਿੱਚ ਇੱਥੇ ਚੋਣਾਂ ਦੇ ਵਿੱਚ ਆਪਣਾ ਪਾਰਟਿਸਿਪੇਟ ਕੀਤਾ। ਫਾਈਨੈਂਸ਼ੀਅਲ ਇੰਡਸਟਰੀ ਦੇ ਵਿੱਚ ਤੁਹਾਡਾ ਨਾਮ ਕਾਫੀ ਜ਼ਿਆਦਾ ਅਸੀਂ ਸੁਣਦੇ ਆਏ ਹਾਂ ਕਿ ਤੁਸੀਂ ਉਹਦੇ ਐਕਸਪਰਟ ਹੈਗੇ ਹੋ। ਇਹਦੇ ਨਾਲ ਬਹੁਤ ਸਾਰੇ ਚੈਲੰਜ ਫੇਸ ਕਰ ਰਹੇ ਹੋ, ਉਹਨਾਂ ਚੈਲੰਜ ਬਾਰੇ ਜਾਣਨਾ ਚਾਹਾਂਗੇ। ਕਿਹੜੇ ਇਸ ਵੇਲੇ ਚੀਜ਼ਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ? ਮਹਿਜ਼ ਬਹੁਤ ਹੀ ਘੱਟ ਸਮਾਂ ਰਹਿ ਗਿਆ, 15 ਅਕਤੂਬਰ ਨੂੰ ਇਲੈਕਸ਼ਨਸ ਹੋਣ ਜਾ ਰਹੀਆਂ ਨੇ। ਉਸ ਤੋਂ ਪਹਿਲਾਂ ਨੋ ਡਾਊਟ ਹਰ ਕੈਂਡੀਡੇਟ ਦੀ ਇਹ ਕੋਸ਼ਿਸ਼ ਹੈ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਮਾਂ ਅਸੀਂ ਲੋਕਾਂ ਦੇ ਵਿੱਚ ਜਾ ਕੇ ਬਿਤਾਈਏ, ਲੋਕਾਂ ਨਾਲ ਗੱਲਾਂ ਬਾਤਾਂ ਕਰੀਏ, ਲੋਕਾਂ ਦੇ ਵਿੱਚ ਮੁੱਦੇ ਜਿਹੜੇ ਆ ਉਹ ਲੈ ਕੇ ਜਾਈਏ। ਸੋ ਸਾਨੂੰ ਦੱਸੋ ਕਿਹੜੀਆਂ ਚੀਜ਼ਾਂ ਮੇਨ ਫੇਸ ਕਰ ਰਹੇ ਹੋ ਇਸ ਟਾਈਮ ਇਲੈਕਸ਼ਨ ਕੈਂਪੇਨਿੰਗ ਦੇ ਦੌਰਾਨ? ਚੈਲੰਜਸ ਤਾਂ ਬਹੁਤ ਹੈਗੇ ਨੇ। ਇੱਕ ਤਾਂ ਟਾਈਮ ਦੀ ਚੈਲੰਜ ਹੈਗੀ ਆ, ਮੈਂ ਆਪਣਾ ਕੰਮ ਹਾਲੇ ਕਰ ਰਹੀ ਹੈਗੀ ਆ, ਮੇਰੀ ਆਪਣੀ ਬਿਜ਼ਨਸ ਹੈਗੀ ਆ। ਹੁਣ ਤੁਸੀਂ ਬਿਜ਼ਨਸ ਨੂੰ ਪੂਰਾ ਛੱਡ ਕੇ ਤਾਂ ਨਹੀਂ ਜਾ ਸਕਦੇ 6 ਹਫ਼ਤੇ ਨਾ। ਸੋ
ਉਹ ਵੀ ਇੱਕ ਚੈਲੰਜ ਹੈਗੀ ਆ ਕਿ ਟਾਈਮ ਮੈਨੇਜਮੈਂਟ ਕਿਵੇਂ ਕਰਨੀ ਆ। ਦੂਸਰੀ ਹੈਗੀ ਆ ਲੋਕਾਂ ਨਾਲ ਮੀਟਿੰਗ ਸੈੱਟ ਕਰਨੇ। ਹੁਣ ਲੋਕਾਂ ਦੇ ਵੀ ਹਿਸਾਬ ਨਾਲ ਟਾਈਮ ਕੱਢ ਕੇ ਉਹਨਾਂ ਦੇ ਮੁਤਾਬਿਕ ਜਾਣਾ ਪੈਂਦਾ। ਇੱਕ ਚੈਲੰਜ ਜਿਹੜਾ ਮੈਨੂੰ ਲੱਗਦਾ ਮੈਨੂੰ ਨਹੀਂ ਹੈ ਕਿ ਮੈਂ ਇੱਕ ਔਰਤ ਹੈਗੀ ਆ। ਇਹ ਮੈਨੂੰ ਕਦੀ ਵੀ ਨਹੀਂ ਮਹਿਸੂਸ ਹੋਇਆ ਕਿ ਮੈਂ ਔਰਤ ਹੋ ਕੇ ਇੱਥੇ ਮੈਂ ਜਾ ਨਹੀਂ ਸਕਦੀ, ਉੱਥੇ ਮੈਂ ਜਾ ਨਹੀਂ ਸਕਦੀ। ਏਦਾਂ ਦਾ ਮੈਨੂੰ ਕਦੀ ਵੀ ਨਹੀਂ ਮਹਿਸੂਸ ਹੋਇਆ ਹਾਲੇ ਤੱਕ। ਓਕੇ, ਹਾਲੇ ਤੱਕ। ਓਕੇ, ਸੋ ਬੀਇੰਗ ਏ ਫੀਮੇਲ, ਪਹਿਲਾਂ ਅਸੀਂ ਜਦੋਂ ਇੰਟਰਵਿਊ ਕੀਤੀ ਸੀ ਉਦੋਂ ਵੀ ਅਸੀਂ ਜ਼ਿਕਰ ਕੀਤਾ ਸੀ, ਬੀਇੰਗ ਏ ਫੀਮੇਲ ਕਾਫੀ ਸਾਰੀਆਂ ਚੀਜ਼ਾਂ ਤੁਹਾਨੂੰ ਡਰਾਉਂਦੀਆਂ ਵੀ ਨੇ, ਜਿੱਥੇ ਸਪੈਸ਼ਲੀ ਹਾਲਾਂਕਿ ਕੈਨੇਡੀਅਨ ਮਾਹੌਲ ਡਿਫਰੈਂਟ ਹੈ। ਇੱਥੇ ਜਿੰਨੀ ਮੇਲ ਨੂੰ ਹਰ ਤਵੱਜੋ ਦਿੱਤੀ ਜਾਂਦੀ ਹੈ, ਉਨਾ ਹੀ ਫੀਮੇਲ ਨੂੰ ਵੀ ਅਹਿਮੀਅਤ ਦਿੱਤੀ ਜਾਂਦੀ ਹੈ। ਸੋ ਬੀਇੰਗ ਏ ਫੀਮੇਲ ਵਧੀਆ ਤਰੀਕੇ ਨਾਲ ਸਪੋਰਟ ਕਰਦੇ ਨੇ ਲੋਕ ਵੀ, ਤੇ ਬਾਕੀ ਕੈਂਡੀਡੇਟਸ ਵੀ, ਸਪੈਸ਼ਲੀ ਮੇਲ ਕੈਂਡੀਡੇਟਸ ਐਂਡ ਲੋਕ? ਮੈਨੂੰ ਹਾਲੇ ਤੱਕ ਇਦਾਂ ਲੱਗਦੀ ਆ ਕਿ ਸਾਰੇ ਸਪੋਰਟ ਹੈਗੀ ਆ। ਅਦਰ ਕੈਂਡੀਡੇਟਸ ਜਿਹੜੇ ਹੈਗੇ ਨੇ, ਜਦੋਂ ਅਸੀਂ ਆਪਸ ਵਿੱਚ ਮਿਲਦੇ ਆ ਹਨਾ, ਰਿਸਪੈਕਟ ਬੜੀ ਹੁੰਦੀ ਆ, ਕਿਉਂਕਿ ਇਹ ਗੱਲ ਹੈਗੀ ਆ ਕਿ ਇਹ ਨੰਬਰਸ ਦੀ ਗੇਮ ਆ ਜੀ। ਹੁਣ 8 ਲੋਕਾਂ ਨੇ ਵਿਨ ਕਰਨੀ ਹੈਗੀ ਆ। ਸੋ ਹੁਣ ਜੇ ਤੁਸੀਂ ਜੁੱਤੀ ਹੁਣੇ ਹੋ ਪੈਨੇ ਹੋ, ਫਿਰ ਤੁਸੀਂ ਕਿਵੇਂ ਕੰਮ ਕਰੋਗੇ ਇੱਕ ਦੂਜੇ ਦੇ ਨਾਲ 4 ਸਾਲ? ਇਹ ਗੱਲ ਨਹੀਂ ਹੈਗੀ। ਸਾਨੂੰ ਰਿਸਪੈਕਟ ਇੱਕ ਦੂਜੇ ਨੂੰ ਕਰਨੀ ਚਾਹੀਦੀ ਹੈ, ਤੇ ਮੈਨੂੰ ਹਾਲ ਤੱਕ ਲੱਗਦਾ ਕਿ ਅਸੀਂ ਕਰਦੇ ਵੀ ਹੈਗੇ ਆ। ਭਾਰਤੀ, ਇੱਕ ਚੀਜ਼ ਸੀਗੀ ਕਿ ਪੋਸਟਰ ਵਿਵਾਦ ਅਸੀਂ ਸੁਣਿਆ ਕਿ ਤੁਹਾਡੇ ਪੋਸਟਰ ਫਾੜ-ਫੂੜ ਦਿੱਤੇ ਗਏ। ਕੈਨੇਡਾ ਦੇ ਵਿੱਚ ਬੈਠੇ ਜਦੋਂ ਇਲੈਕਸ਼ਨਸ ਦੀ ਗੱਲ ਕਰਦੇ ਆ ਨਾ, ਤਾਂ ਬਹੁਤ ਘੱਟ ਚੀਜ਼ਾਂ ਇੱਦਾਂ ਦੀਆਂ ਦੇਖਣ ਨੂੰ ਮਿਲਦੀਆਂ ਨੇ। ਹਾਲਾਂਕਿ ਪੋਸਟਰਾਂ ਦੇ ਉੱਤੇ ਕਾਲਾ ਕਮਾਲ ਦੇ ਨਾਲ ਇਹ ਥੋੜ੍ਹੀਆਂ ਬਹੁਤੀਆਂ ਘਟਨਾਵਾਂ ਆ ਜਾਂਦੀਆਂ ਨੇ, ਬਟ ਵੱਡੇ ਲੈਵਲ ਦੇ ਉੱਤੇ ਨਹੀਂ ਦੇਖਣ ਨੂੰ ਮਿਲਦੀਆਂ। ਪਰ ਜਦੋਂ ਹੁਣ ਤੁਸੀਂ ਦੱਸਿਆ ਵੀ ਲਗਾਤਾਰ ਕਈ ਥਾਵਾਂ ਦੇ ਉੱਤੇ ਤੁਹਾਡੇ ਪੋਸਟਰ ਨਾਲ ਛੇੜਖਾਨੀ ਕੀਤੀ ਗਈ, ਇਹ ਕੀ ਚੱਕਰ ਕੀ ਪੈ ਗਿਆ? ਕੀ ਛੇੜਖਾਨੀ ਕੀਤੀ ਗਈ? ਚੱਕਰ ਦਾ ਨਹੀਂ ਮੈਨੂੰ ਪਤਾ ਸ਼ੇਰੀ ਜੀ, ਪਰ ਮੈਨੂੰ ਏਦਾਂ ਗੱਲ ਪਤਾ ਹੈਗਾ ਕਿ ਇਸ ਸਾਲ ਐਬਸਫੋਰਡ ਦੀਆਂ ਬਾਇਲਾਜ਼ ਚੇਂਜ ਬੜੀਆਂ ਹੋਈਆਂ ਸਾਈਨ ਦੇ ਹਿਸਾਬ ਦੇ ਨਾਲ। ਹੁਣ ਤੁਸੀਂ ਜੇ ਐਬਸਫੋਰਡ ਤੁਸੀਂ 2018 ਜਾਂ ਇਵਨ ਲਾਸਟ ਈਅਰ ਦੀ ਬਾਈ ਇਲੈਕਸ਼ਨ ਵਿੱਚ ਤੁਸੀਂ ਐਬਸਫੋਰਡ ਜੇ ਪਹੁੰਚੇ ਹੋਏ ਹੈਗੇ ਹੋ, ਤੁਸੀਂ ਦੇਖੋਗੇ ਕਿ ਸਾਈਨ ਹਰੇਕ ਥਾਂ ਤੇ ਲੱਗੀ ਹੋਈ ਆ। ਪਾਰਕਾਂ ਦੇ ਵਿੱਚ, ਸੜਕਾਂ ਦੇ ਬੁਲੇਵਾਰਡ ਜਿਹੜੀ ਵਿਚਕਾਰ ਦੀ ਲੰਘਦੀ ਆ ਉਹਦੇ ਵਿੱਚ, ਸਟੋਰ ਦੇ ਸਾਹਮਣੇ, ਇੱਥੇ ਉੱਥੇ। ਹੁਣ ਇਹਨਾਂ ਨੇ ਬਾਇਲਾ ਚੇਂਜ ਕੀਤੀ ਹੋਈ ਆ ਤੇ ਕਿ ਕੋਈ ਪਬਲਿਕ ਪ੍ਰਾਪਰਟੀ ਤੇ ਤੁਸੀਂ ਜਾ ਕੇ ਸਾਈਨ ਨਹੀਂ ਲਾ ਸਕਦੇ। ਹੁਣ ਪ੍ਰਾਈਵੇਟ ਪ੍ਰਾਪਰਟੀ ਜਾਂ ਕਿਸੇ ਦੇ ਬਿਜ਼ਨਸ ਤੇ ਲਾਉਣੀ ਹੈਗੀ ਆ ਤੁਸੀਂ ਉਹਨਾਂ ਦੇ ਪਰਮਿਸ਼ਨ ਦੇ ਨਾਲ। ਸੋ ਹੁਣ ਜਿਹੜੀ ਹੈਗੀ ਆ ਕਿ ਮੈਂ ਆਪਣੇ ਜਾਣ ਪਛਾਣ ਲੋਕਾਂ ਦੇ ਵਿੱਚ ਜਾ ਕੇ ਪੁੱਛ ਕੇ ਆਈ ਆ ਕਿ ਮੈਂ ਆਪਣੀ ਸਾਈਨ ਇੱਥੇ ਲਾ ਸਕਦੀ ਆ। ਤੇ ਹੁਣ ਜਦੋਂ ਲੋਕੀ ਆ ਕੇ ਵੈਂਡਲਾਈਜ਼ਿੰਗ ਕਰਦੇ ਨੇ, ਇਹ ਬਸ ਵੈਂਡਲਾਈਜ਼ਿੰਗ ਦੀ ਗੱਲ ਨਹੀਂ ਹੈਗੀ। ਤੁਸੀਂ ਮੇਰੇ ਸਾਈਨ ਪੱਟ ਲਏ, ਕੋਈ ਗੱਲ ਨਹੀਂ, ਅਸੀਂ ਹੋਰ ਹੈਗੇ ਨੇ ਮੇਰੇ ਲਈ, ਮੈਂ ਪਾ ਲੂੰਗੀ ਉੱਤੇ। ਪਰ ਤੁਸੀਂ ਟ੍ਰੈਸਪਾਸ ਕੀਤੀ ਆ ਕਿਸੇ ਦੇ ਪ੍ਰਾਈਵੇਟ ਪ੍ਰਾਪਰਟੀ ਤੇ, ਕਿਸੇ ਦੇ ਪ੍ਰਾਈਵੇਟ ਪ੍ਰਾਪਰਟੀ ਤੇ ਟ੍ਰੈਸਪਾਸ ਕਰਕੇ ਕਿਸੇ ਦੇ ਵੀ ਮੁਲਕ ਦੇ ਵਿੱਚ ਇਹ ਗੁਨਾਹ ਹੈਗੀ ਆ, ਸਜ਼ਾ ਵੀ ਹੋ ਸਕਦੀ ਆ। ਲੋਕੀ ਮੈਨੂੰ ਲੱਗਦਾ ਕਿ ਸੋਚਦੇ ਨਹੀਂ ਕਿ ਹੁਣ ਮੈਂ ਕੋਈ ਕ੍ਰਾਈਮ ਕਰਨ ਲੱਗਿਆ। ਇਹ ਏਦਾਂ ਦੀ ਨਹੀਂ ਗੱਲ ਹੈਗੀ ਕਿ ਉਹ ਮੈਂ ਪਾਰਟੀ ਦਾ ਦਿਨ ਖਰਾਬ ਕਰਕੇ ਉਹਦੀ ਸਾਈਨ ਮੁੱਦੇ ਕਰਨਾ। ਇਹ ਹੈਗੀ ਆ ਕਿ ਤੁਸੀਂ ਹੁਣ ਕਿਸੇ ਦੇ ਪ੍ਰਾਈਵੇਟ ਪ੍ਰਾਪਰਟੀ ਤੇ ਟ੍ਰੈਸਪਾਸ ਕੀਤਾ ਹੈਗਾ, ਕਿ ਤੁਸੀਂ ਵੈਂਡਲਾਈਜ਼ਿੰਗ ਹੁਣ ਕੀਤੀ ਹੈਗੀ ਆ। ਸਮਝਣੀ ਚਾਹੀਦੀ ਹੈ ਕਿ ਬਾਇਲਾਜ਼ ਚੇਂਜ ਕੀਤੀਆਂ ਨੇ, ਇੰਨੇ ਸਾਈਨ ਨਹੀਂ ਜਾਣਗੇ ਜਿੱਦਾਂ ਪਹਿਲੇ ਇਲੈਕਸ਼ਨਸ ਦੇ ਵਿੱਚ ਹੋਈਆਂ ਆ। ਤੇ ਸਮਝਣੀ ਚਾਹੀਦੀ ਆ ਲੋਕਾਂ ਨੂੰ ਕਿ ਤੁਸੀਂ ਪ੍ਰਾਈਵੇਟ ਪ੍ਰਾਪਰਟੀ ਤੇ ਜਾ ਕੇ ਟ੍ਰੈਸਪਾਸ ਕਰਕੇ ਫੇਰ ਕੀਤੀ ਆ ਇਹ ਕ੍ਰਾਈਮ। ਸੋ ਕੀ ਲੱਗਦਾ ਹੈ, ਇਹ ਇੱਕ ਲਾਅ ਦੇ ਵਿੱਚ ਉਲਝੀ ਚੀਜ਼ ਹੈ? ਲਾਅ ਦੇ ਵਿੱਚ ਧਿਆਨ ਨੂੰ ਰੱਖਦੇ ਹੋਏ ਇਹ ਸਾਈਨ ਨਾਲ ਛੇੜਖਾਨੀ ਕੀਤੀ ਗਈ, ਜਾਂ ਫਿਰ ਕੁਛ ਇਦਾਂ ਦੇ ਲੋਕ ਜਿਹੜੇ ਸ਼ਰਾਰਤੀ ਕਹਿ ਸਕਦੇ ਆ ਅਨਸਰ ਹੁੰਦੇ ਨੇ ਇਲੈਕਸ਼ਨਸ ਦੇ ਦਿਨਾਂ ਦੇ ਵਿੱਚ, ਜਿਨ੍ਹਾਂ ਦਾ ਇੱਕ ਸਪੈਸ਼ਲੀ ਕੰਮ ਹੁੰਦਾ ਹੈ ਖਰਾਬੀ ਕਰਨਾ? ਤੁਹਾਨੂੰ ਕੀ ਲੱਗਦਾ, ਕੀ ਸ਼ੱਕ ਜਾਂਦਾ ਤੁਹਾਡਾ? ਮੈਨੂੰ ਤਾਂ ਲੱਗਦਾ ਕਿ ਇਹ ਬਾਲੀ ਪੁਰਾਣੀ ਗੱਲ ਹੈਗੀ ਆ। ਸ਼ਾਇਦ ਇੰਡੀਆ 'ਚ ਏਦਾਂ ਕਰਦੇ ਹੁੰਦੇ ਸੀ, ਇੱਥੇ ਨਹੀਂ ਹੋਣਾ ਚਾਹੀਦਾ। ਤੇ ਮੇਰਾ ਮਕਸਦ ਤੇ ਇਹ ਹੈਗਾ ਆ ਕਿ ਹੁਣ 6 ਹਫ਼ਤੇ ਹਾਲੇ ਬਾਕੀ ਆ, ਔਰ 5 ਹਫ਼ਤੇ ਸੌਰੀ, ਕਿ ਇਹ ਗੱਲ ਨਾ ਹੋਈ ਜਾਏ ਸਾਰੇ ਕੈਂਡੀਡੇਟਸ ਦੇ ਨਾਲ, ਇਹ ਨਾ ਹੋਈ ਜਾਏ ਕਿਸੇ ਹੋਰ ਦੇ ਸਾਇੰਸ ਦੇ ਨਾਲ। ਹੁਣ ਅਸੀਂ ਬੜੀ ਕੰਮ ਕਰਕੇ ਸਾਰੇ ਪੋਸਟਰ ਦੇ ਡਿਜ਼ਾਈਨ ਕਰਕੇ, ਹੁਣ ਤੁਹਾਨੂੰ ਪਤਾ ਹੈਗਾ, ਤੁਸੀਂ ਮੈਨੂੰ ਦੂਸਰੀ ਵਾਰੀ ਇੰਟਰਵਿਊ ਕਰ ਰਹੇ ਹੈਗੇ ਆ, ਮੈਂ ਕਿੰਨਾ ਕੁ ਟੀਵੀ ਤੇ ਆਉਣਾ ਡਿਸਲਾਈਕ ਕਰਦੀ ਆ। ਸੌਰੀ ਟੂ ਸੇ, ਪ੍ਰੋਫੈਸ਼ਨਲ ਫੋਟੋਜ਼ ਲਾਈਕ ਲੈਣੇ ਔਖੇ ਹੁੰਦੇ ਆ ਲੋਕਾਂ ਲਈ। ਤੁਸੀਂ ਬਾਲੇ ਟਾਈਮ ਪਾ ਕੇ ਡਿਜ਼ਾਈਨ ਕਰਕੇ, ਪੈਸੇ ਦੇ ਕੇ ਪ੍ਰਿੰਟ ਕਰਕੇ, ਕਿਸੇ ਵਾਲੰਟੀਅਰ ਤੋਂ ਪੁੱਛ ਕੇ ਕਿ ਤੁਸੀਂ ਪਲੀਜ਼ ਇਹ ਮੇਰੀ ਸਾਈਨ ਇੱਥੇ ਲਾਓ, ਫਿਰ ਕੋਈ ਆ ਕੇ ਮਿੰਟ ਦੇ ਵਿੱਚ ਹੀ ਉਹਨੂੰ ਖਰਾਬ ਕਰ ਦੇਵੇ, ਮਾੜੀ ਗੱਲ ਆ। ਤੇ ਇਹ ਧਮਕਾਉਣ ਦੀ ਵੀ ਟੈਕਟਿਕ ਹੈਗੀ ਆ, ਜਾਂ ਤਾਂ ਕੋਈ
ਯੰਗ ਲੋਕ ਇਦਾਂ ਹੀ ਮਿਸਚਿਫ ਜਿੱਦਾਂ ਤੁਸੀਂ ਕਿਹਾ ਜੀ। ਸ਼ਰਾਰਤੀ ਲੋਕ ਇਦਾਂ ਹੀ ਕਰਦੇ ਨੇ ਪਰ ਇਹ ਮਾੜੀ ਗੱਲ ਹੈ ਤੇ ਕਿਸੇ ਹੋਰ ਕੈਂਡੀਡੇਟ ਦੇ ਨਾਲ ਨਾ ਹੋਵੇ ਇਸ ਕਰਕੇ ਮੈਂ ਟੀਵੀ ਤੇ ਆ ਕੇ ਗੱਲ ਕਰਨਾ ਚਾਹੁੰਦੀ ਸੀ ਤੁਹਾਡੇ ਨਾਲ ਬਿਲਕੁਲ ਹਾਂ ਸੋ ਫਿਰ ਭਾਰਤੀ ਹੁਣ ਠੀਕ ਹੈ ਇਹ ਸ਼ਰਾਰਤਾਂ ਇਲੈਕਸ਼ਨਸ ਦੇ ਦੌਰਾਨ ਸ਼ੁਰੂ ਹੋ ਚੁੱਕੀਆਂ ਨੇ ਕੈਨੇਡੀਅਨ ਸਿਆਸਤ ਦੇ ਵਿੱਚ ਬਹੁਤ ਘੱਟ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਪਰ ਇਸ ਵਾਰ ਚਲੋ ਸ਼ੁਰੂ ਹੋ ਗਿਆ ਤੁਹਾਨੂੰ ਲੱਗਦਾ ਵੀ ਪੰਜਾਬੀ ਸਪੈਸ਼ਲੀ ਜਿਹੜੀ ਪੋਲਿਟਿਕਸ ਦੇ ਜਿਹੜੇ ਚਿਹਰਾ ਹੈ ਬਦਲਦਾ ਜਾ ਰਿਹਾ ਹੈ ਪੋਲਿਟਿਕਸ ਕਾਫੀ ਹੱਦ ਤੱਕ ਜਿਹੜੀ ਇੰਡੀਆ ਜਾਂ ਅਸੀਂ ਹੋਰ ਲੈਵਲ ਦੇ ਉੱਤੇ ਦੇਖਦੇ ਹੁੰਦੇ ਸੀ ਉਹ ਪੋਲਿਟਿਕਸ ਇੱਥੇ ਆ ਰਹੀ ਹੈ ਤੁਹਾਨੂੰ ਲੱਗਦਾ ਵੀ ਇਹ ਜ਼ਿਆਦਾਤਰ ਪੰਜਾਬੀਆਂ ਦੇ ਆਉਣ ਨਾਲ ਇਹ ਚੀਜ਼ ਹੋ ਰਹੀ ਹੈ ਜਾਂ ਪੰਜਾਬੀ ਕੈਂਡੀਡੇਟਸ ਚੋਣ ਮੈਦਾਨ ਦੇ ਵਿੱਚ ਨੇ ਇਸ ਕਰਕੇ ਹੋ ਰਹੀ ਹੈ ਜਾਂ ਫਿਰ ਸਮਥਿੰਗ ਐਲਸ ਕੁਝ ਹੋਰ ਹੈ ਇਹ ਗੱਲ ਮੈਨੂੰ ਪਤਾ ਨਹੀਂ ਜੀ ਜਿਹੜੇ 5 ਪੰਜਾਬੀ ਕੈਂਡੀਡੇਟ ਸਾਰੇ ਹੈਗੇ ਨੇ ਖੜੇ ਹੋਏ ਹਾਲ ਤੱਕ ਅਸੀਂ ਤਾਂ ਸਾਰੇ ਇੱਥੋਂ ਦੇ ਜੰਮ ਪਾਲੇ ਆ ਤਾਂ ਸਾਡੇ ਦਿਮਾਗ 'ਚ ਤਾਂ ਆਉਂਦਾ ਹੀ ਨਹੀਂ ਕਿ ਮੈਂ ਇਸ ਕੈਂਡੀਡੇਟ ਤੇ ਸਾਈਨ ਜਾ ਕੇ ਇਦਾਂ ਕਰਾਂ ਕਿ ਮੈਂ ਇਸ ਕੁੜੀ ਨੂੰ ਪ੍ਰੈਂਕ ਕਾਲ ਕਰਾਂ ਸਾਰੀ ਰਾਤ ਇਹ ਗੱਲ ਸਾਡੇ ਦਿਮਾਗ 'ਚ ਆਉਂਦੇ ਨਹੀਂ ਜਿਹੜੇ ਇੱਥੋਂ ਦੇ ਅਸੀਂ ਜੰਮੇ ਪਲੇ ਮੈਨੂੰ ਲੱਗਦੀ ਆ ਆਈ ਡੋਨਟ ਨੋ ਅਬਾਊਟ ਐਨੀਬਾਡੀ ਐਲਸ ਓਕੇ ਸੋ ਇਹ ਪੰਜਾਬੀ ਫੈਕਟਰ ਤੁਹਾਨੂੰ ਨਜ਼ਰ ਨਹੀਂ ਆਉਂਦਾ ਵੀ ਇਹ ਨਹੀਂ ਹੈ ਇਦਾਂ ਦਾ ਕੁਝ that I'm not sure ਓਕੇ ਸ਼ੋਰ ਨਹੀਂ ਹੋ ਠੀਕ ਹੈ ਭਾਰਤੀ ਹੁਣ ਹੁੰਦਾ ਕਿ ਜਦੋਂ ਪੰਜਾਬੀ ਸਿਆਸਤ ਦੀ ਸਪੈਸ਼ਲੀ ਅਸੀਂ ਗੱਲ ਕਰਦੇ ਹਾਂ ਇਸ ਵਾਰ ਚਾਹੇ ਹੋਵੇ ਸਰੀ ਤੇ ਚਾਹੇ ਹੋਵੇ ਐਬਸਫੋਰਡ ਜਾਂ ਹੋਰ ਥਾਵਾਂ ਬਹੁਤ ਸਾਰੇ ਪੰਜਾਬੀ ਕੈਂਡੀਡੇਟਸ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਆਏ ਨੇ ਔਰ ਇਹ ਸਰੀ ਦੀ ਵੀ ਪੋਲਿਟਿਕਸ ਕੁਛ ਇਦਾਂ ਦੀ ਹੋਈ ਪਈ ਹੈ ਸਿਟੀ ਦੀ ਇਲੈਕਸ਼ਨਸ ਸੋ ਸੇਮ ਐਬਸਫੋਰਡ ਦੇ ਵਿੱਚ ਵੀ ਇਹੀ ਚੱਲ ਰਿਹਾ ਹੁਣ ਇਹ ਦੱਸੋ ਵੀ ਅਜਿਹੇ ਹਾਲਾਤਾਂ ਦੇ ਵਿੱਚ ਇੱਕ ਪੰਜਾਬੀ ਲੋਕ ਜਿਹੜੇ ਹੁੰਦੇ ਨੇ ਜ਼ਿਆਦਾਤਰ ਪੰਜਾਬੀ ਐਬਸਫੋਰਡ ਦੇ ਵਿੱਚ ਬਹੁਤ ਕਮਿਊਨਿਟੀ ਦੇ ਲੋਕ ਹੈਗੇ ਨੇ ਪੰਜਾਬੀ ਲੋਕ ਜ਼ਿਆਦਾਤਰ ਉੱਥੇ ਰਹਿੰਦੇ ਨੇ ਵੋਟਿੰਗ ਵੀ ਜਿਹੜੀ ਹੈ ਕਾਫੀ ਭਾਰੂ ਪੈ ਜਾਂਦੀ ਹੈ ਪਰਸੈਂਟੇਜ ਦੇ ਉੱਤੇ ਜਦੋਂ ਸਾਰੇ ਪੰਜਾਬੀ ਵੋਟ ਪਾਉਣ ਦੇ ਲਈ ਨਿਕਲਦੇ ਨੇ ਬਾਹਰ ਹੁਣ ਭਾਰਤੀਆਂ ਦਾ ਤੁਹਾਡਾ ਤਾਂ ਨਾਮ ਵੀ ਭਾਰਤੀ ਹੈ ਤੁਹਾਡਾ ਪਤਾ ਲੱਗਦਾ ਵੀ ਤੁਸੀਂ ਤਾਂ ਵਾਕਈ ਇੰਡੀਅਨ ਹੋ ਹੈਨਾ ਹੁਣ ਉਹ ਪੰਜਾਬੀ ਜਿਹੜੇ ਹੁੰਦੇ ਨੇ ਬਾਕੀ ਲੋਕ ਉਹ ਕਿੰਨੀ ਕੁ ਅਹਿਮੀਅਤ ਦੇ ਰਹੇ ਕਿਉਂਕਿ ਇਸ ਇਲੈਕਸ਼ਨਸ ਦੇ ਵਿੱਚ ਸਿਰਫ ਪੰਜਾਬੀ ਨਹੀਂ ਹੈ ਨਾਲ ਹੋਰ ਵੀ ਕੈਂਡੀਡੇਟਸ ਹੈਗੇ ਨੇ ਅਦਰ ਕਮਿਊਨਿਟੀਜ਼ ਦੇ ਜਿਹਦੇ ਵਿੱਚ ਗੋਰੇ ਵੀ ਨੇ ਜਾਂ ਚੀਨੀ ਵੀ ਹੋਰ ਵੀ ਬਹੁਤ ਸਾਰੇ ਲੋਕ ਨੇ ਸੋ ਫਿਰ ਉਦੋਂ ਕੀ ਲੱਗਦਾ ਹੈ ਲੋਕ ਜਿਹੜੇ ਨੇ ਉਹ ਕੀ ਸੋਚ ਕੇ ਜਿਹੜੇ ਵੋਟ ਕਰਦੇ ਨੇ ਕੈਂਡੀਡੇਟ ਨੂੰ ਜਦੋਂ ਲੋਕਾਂ ਨੇ ਵੋਟ ਪਾਣੀ ਹੈ ਤਾਂ ਉਹਨਾਂ ਲਈ ਕਿਹੜੀਆਂ ਚੀਜ਼ਾਂ ਉਸ ਕੈਂਡੀਡੇਟ ਬਾਰੇ ਜਾਣਨੀਆਂ ਤੇ ਇੱਕ ਕੈਂਡੀਡੇਟ ਉਹਨਾਂ ਨੂੰ ਕਿਵੇਂ ਇੰਪ੍ਰੈਸ ਕਰ ਸਕਦਾ ਹੈਗਾ ਉਹਨਾਂ ਦੇ ਮਾਈਂਡ ਦੇ ਵਿੱਚ ਉਹਨਾਂ ਦੇ ਦਿਲ ਤੱਕ ਕਿਵੇਂ ਵੜ ਸਕਦਾ ਹੈ ਇਹ ਥੋੜੇ ਜਿਹੇ ਸਾਨੂੰ ਫੈਕਟਰਸ ਦੇ ਨਾਲ ਇਸ ਚੀਜ਼ ਪਲੀਜ਼ ਸਮਝਾਓ ਹਾਂਜੀ ਹੁਣ ਮੈਂ ਆਪਣੇ ਹਿਸਾਬ ਨਾਲ ਹੀ ਬਤਾ ਸਕਦੀ ਹਾਂ ਮੈਨੂੰ ਦੂਸਰਿਆਂ ਦਾ ਪਤਾ ਨਹੀਂ ਪਰ ਜਦੋਂ ਚੁਣਾਵ ਤੋਂ ਪਹਿਲਾਂ ਜਦੋਂ ਮੈਂ ਲੋਕਾਂ ਲਈ ਵੋਟ ਕਰਦੀ ਸੀ ਮੈਂ ਦੇਖਦੀ ਹੁੰਦੀ ਸੀ ਕਿ ਹਾਲ ਤੱਕ ਇਸ ਬੰਦੇ ਨੇ ਕਮਿਊਨਿਟੀ ਲਈ ਕੀਤਾ ਕੀ ਆ ਇਹਨਾਂ ਦੀ ਐਕਸਪੀਰੀਅੰਸ ਕੀ ਆ ਹੁਣ ਰਿਟਾਇਰਡ ਬੰਦਾ ਹੈਗਾ ਜਾਂ 21-22 ਸਾਲਾਂ ਦਾ ਬੱਚਾ ਹੈਗਾ ਜਾਂ ਮਿਡਲ ਦੇ ਵਿੱਚ ਕਿਤੇ ਹੈਗਾ ਮੇਰੇ ਨਾਲ ਇਹ ਰਿਲੇਟ ਕਿਵੇਂ ਕਰੂਗਾ ਜਦੋਂ ਹੁਣ ਮੇਰੀ ਕੋਈ ਤਕਲੀਫ ਹੋਊਗੀ ਸਿਟੀ ਦੇ ਨਾਲ ਮੇਰੇ ਕੋਈ ਕੁਐਸਚਨ ਹੋਣਗੇ ਇਸ ਬੰਦੇ ਨੇ ਮੇਰੀ ਫੋਨ ਚੱਕਣੀ ਆ ਕਿ ਨਹੀਂ ਹੁਣ ਇਹ ਰਿਲੇਟੇਬਲ ਬੰਦਾ ਹੈਗਾ ਆ ਕਿ ਨਹੀਂ ਕਮਿਊਨਿਟੀ ਦੇ ਵਿੱਚ ਮੂੰਹ ਦਿਖਾਉਂਦੇ ਆ ਕਿ ਮੈਂ ਪਹਿਲੀ ਵਾਰੀ ਕਿਸੇ ਦਾ ਨਾਂ ਸੁਣ ਰਹੀ ਹੈਗੀ ਆ ਹੁਣ ਇਹ ਕਾਫੀ ਗੱਲਾਂ ਮੈਨੂੰ ਲੱਗਦਾ ਕਿ ਲੋਕਾਂ ਨੂੰ ਸੋਚਣ ਲਈ ਹੈਗੇ ਨੇ ਰਿਸਰਚ ਤੁਸੀਂ ਬਥੇਰੀ ਕਰ ਸਕਦੇ ਹੋ ਹਰੇਕ ਕੈਂਡੀਡੇਟ ਦੀ ਹੁਣ at least ਕਮ ਸੇ ਕਮ ਫੇਸਬੁੱਕ ਪੇਜ ਤਾਂ ਹੁੰਦੀ ਆ ਫੇਸਬੁੱਕ ਪੇਜ ਹੁੰਦੀ ਆ ਇੰਸਟਾਗ੍ਰਾਮ ਹੁੰਦੀ ਆ ਮੇਰੀ ਤਾਂ ਵੈਬਸਾਈਟ ਵੀ ਹੈਗੀ ਆ ਜਿੱਦਾਂ ਦਾ ਮੇਰਾ ਨਾਮ ਲਿਖਿਆ ਹੈਗਾ ਸਕਰੀਨ ਦੇ ਥੱਲੇ ਉਹ .com ਲਗਾ ਲਓ ਪਿੱਛੇ ਮੇਰੀ ਵੈਬਸਾਈਟ ਵੀ ਹੈਗੀ ਆ ਸਾਡੀ ਪਹਿਲੀ ਇੰਟਰਵਿਊ ਵੀ ਹੈਗੀ ਉਹਦੇ ਤੇ ਹੁਣ ਰਿਸਰਚ ਕਰਕੇ ਵੋਟ ਪਾ ਕੇ ਆਣੀ ਚਾਹੀਦੀ ਆ ਮੈਨੂੰ ਲੱਗਦਾ ਕਿ ਏਦਾਂ ਨਹੀਂ ਕਿ ਉਹ ਮੇਰੇ ਮਾਸੀ ਦੇ ਚਾਚੇ ਦੇ ਫਲਾਣੇ ਦੇ ਏਦਾਂ ਦੀ ਗੱਲ ਨਹੀਂ ਹੈਗੇ ਫਰੈਂਡਸ ਨਹੀਂ ਏਦਾਂ ਨਹੀਂ ਗੱਲ ਹੋਣੀ ਚਾਹੀਦੀ ਆ ਰਿਸਰਚ ਕਰਕੇ ਵੋਟ ਪਾ ਕੇ ਆਣੀ ਚਾਹੀਦੀ ਆ ਲੋਕਾਂ ਨੂੰ ਜੀ ਭਾਰਤੀ ਤੁਹਾਡੇ ਨਾਲ ਹੋਰ ਵੀ ਫੀਮੇਲਸ ਕੈਂਡੀਡੇਟ ਹੈਗੀਆਂ ਨੇ ਆਈ ਥਿੰਕ 5-6 ਕੈਂਡੀਡੇਟ ਹੈਗੇ ਤੇ ਤਕਰੀਬਨ 10 ਤੋਂ ਉੱਪਰ ਹੁਣ ਕੈਂਡੀਡੇਟ ਆਲਰੇਡੀ ਨਾਮ ਅਨਾਉਂਸ ਹੋ ਚੁੱਕੇ ਨੇ ਐਬਸਫੋਰਡ ਸਿਟੀ ਇਲੈਕਸ਼ਨਸ ਲਈ ਤਾਂ ਕਿਵੇਂ ਦਾ ਚੱਲ ਰਿਹਾ ਤੁਹਾਨੂੰ ਕੌਣ ਆਪਣਾ ਮੇਨ ਲੱਗਦਾ ਵੀ ਇਹ ਬੰਦਾ ਮੈਨੂੰ ਟੱਕਰ ਦੇ ਸਕਦਾ ਹੈ ਜਾਂ ਇਹ ਫੀਮੇਲ ਕੈਂਡੀਡੇਟ ਮੈਨੂੰ ਟੱਕਰ ਦੇ ਸਕਦੀ ਹੈ ਇਹ ਗੱਲ ਮੈਂ ਤੁਹਾਨੂੰ ਸਪਟੈਂਬਰ ਦੇ 16 ਤਾਰੀਖ ਤੋਂ ਬਾਅਦ ਦੱਸ ਸਕਦੀ ਹਾਂ ਜਦੋਂ ਪੂਰੀ ਲਿਸਟ ਪਬਲਿਕ ਹੋ ਜੂਗੀ ਅੱਛਾ ਇਸ ਤੋਂ ਪਹਿਲਾਂ ਤੁਸੀਂ ਸਾਨੂੰ ਨਹੀਂ ਦੱਸ ਸਕਦੇ ਨਹੀਂ ਕਿਉਂਕਿ ਹੁਣ ਸਪਟੈਂਬਰ ਦੇ 9 ਤਾਰੀਖ ਤੱਕ ਲੋਕਾਂ ਦੇ ਕੋਲੇ ਟਾਈਮ ਹੈਗੀ ਆ ਜਾ ਕੇ ਜਿਹੜੇ ਕੈਂਡੀਡੇਟਸ ਚੁਣੇ ਗਏ ਨੇ ਭਾਰਤੀ ਜਿਨ੍ਹਾਂ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਕੀ ਤੁਹਾਨੂੰ ਉਹ ਲੱਗਦਾ ਨਹੀਂ ਵੀ ਇਹ ਮੇਰੀ ਟੱਕਰ ਦੇ ਹੈਗੇ ਨੇ ਜਾਂ ਇਹਨਾਂ ਤੋਂ ਮੈਨੂੰ ਚੈਲੰਜ ਹੋ ਸਕਦਾ ਹੈ ਉਹ ਲੱਗਦਾ ਸਾਰਿਆਂ ਤੋਂ ਚੈਲੰਜ ਹੁੰਦੀ ਆ ਜੀ ਜਾਂ ਹਰੇਕ ਤੋਂ ਚੈਲੰਜ ਹੁੰਦੀ ਆ ਡਰ ਤਾਂ ਹੈ ਨਹੀਂ ਕਿਸੇ ਕੋਲੋਂ ਪਰ ਚੈਲੰਜ ਤਾਂ ਜ਼ਰੂਰ ਹੁੰਦੀ ਆ ਹਾਂਜੀ ਕਿਹੜੇ ਮੁੱਦੇ ਭਾਰਤੀ ਇਸ ਵੇਲੇ ਚੁੱਕੇ ਜਾ ਰਹੇ ਨੇ ਕਲਾਈਮੇਟ ਇਸ਼ੂ ਐਬਸਫੋਰਡ ਦੇ ਮੇਨ ਮੁੱਦੇ 'ਚ ਹਮੇਸ਼ਾ ਰਿਹਾ ਫਲੱਡ ਆਏ ਜਿੰਨਾ ਨੁਕਸਾਨ ਹੋਇਆ
ਯੂ نو ਸਾਰੇ ਲੋਕਾਂ ਦਾ ਉਹ ਇੱਕ ਅਹਿਮ ਮੁੱਦਾ ਹਮੇਸ਼ਾ ਐਬਸਫੋਰਡ ਦੀ ਲਿਸਟ ਦੇ ਵਿੱਚ ਦਰਜ ਹੋ ਚੁੱਕਿਆ ਹੋਇਆ, ਕਿਉਂਕਿ ਇਹ ਜ਼ਿਆਦਾ ਦੂਰ ਦੀ ਗੱਲ ਨਹੀਂ, ਪਿਛਲੇ ਸਾਲ ਦੀ ਗੱਲ ਹੈ। ਹਾਂਜੀ, ਅਜਿਹੇ ਹਾਲਾਤਾਂ ਦੇ ਵਿੱਚ ਖੇਤੀਬਾੜੀ ਇੱਕ ਆਪਣੇ ਤੌਰ ਦੇ ਉੱਤੇ, ਕਿਉਂਕਿ ਕਈਆਂ ਦੇ ਜਿਹੜੇ ਹੈ ਬਹੁਤ ਨੁਕਸਾਨ ਹੋਇਆ, ਜਿਨ੍ਹਾਂ ਦੇ ਵੀ ਖੇਤ ਨੇ, ਜਿਹੜੇ ਉੱਥੇ ਖੇਤੀਬਾੜੀ ਕਰਦੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਫਾਈਨੈਂਸ਼ੀਅਲ ਇੰਡਸਟਰੀ ਇਸ ਵੇਲੇ ਪੂਰੀ ਤਰ੍ਹਾਂ ਹਿੱਲੀ ਹੋਈ ਹੈ। ਸੋ ਅਜਿਹੇ ਦੌਰ ਦੇ ਵਿੱਚ ਮੁੱਦੇ ਕਾਫੀ ਅਹਿਮ ਨੇ। ਇਸ ਤੋਂ ਇਲਾਵਾ ਹੋਰ ਮੁੱਦੇ ਕਿਹੜੇ ਨੇ, ਕਿਹੜੇ ਮੁੱਦਿਆਂ ਦੇ ਉੱਤੇ ਇਲੈਕਸ਼ਨ ਮੇਨ ਫੋਕਸ ਕੀਤੀ ਜਾ ਰਹੀ ਹੈ? ਹਾਂਜੀ, ਐਬਸਫੋਰਡ ਦੇ ਵਿੱਚ ਕਈ ਇਸ਼ੂਜ਼ ਹੈਗੇ ਨੇ, ਤੇ ਮੈਂ ਇਹ ਨਹੀਂ ਕਹਿ ਸਕਦੀ ਕਿ ਇੱਕ ਜ਼ਿਆਦਾ ਇੰਪੋਰਟੈਂਟ ਹੈਗੀ ਆ ਕਿਸੇ ਹੋਰ ਦੇ ਹਿਸਾਬ ਦੇ ਨਾਲ, ਪਰ ਸਾਰੇ ਇਸ਼ੂਜ਼ ਜਿਨ੍ਹਾਂ ਲੋਕਾਂ ਨੂੰ ਹੁੰਦੀ ਆ, ਉਸ ਬੰਦੇ ਨੂੰ ਉਹ ਪਹਿਲੀ ਇਸ਼ੂ ਹੁੰਦੀ ਆ, ਹਨਾ। ਸੋ ਜਿੱਦਾਂ ਤੁਸੀਂ ਕਿਹਾ, ਸਾਡੀ ਜਿਹੜੀ ਫਲੱਡਸ ਦੇ ਵਿੱਚ ਡੈਮੇਜ ਹੋਈ ਆ, ਬੜੀ ਨੁਕਸਾਨ ਹੋਈ ਆ। ਇੱਕ ਮੈਂ ਕਾਫੀ ਕੁਝ ਸੁਣ ਰਹੀ ਹੈਗੀ ਆ ਟਰਾਂਸਪੋਰਟੇਸ਼ਨ ਬਾਰੇ, ਜਿਹੜੀ ਪਬਲਿਕ ਟਰਾਂਸਪੋਰਟੇਸ਼ਨ ਹੈਗੀ ਆ, ਸਾਡੀਆਂ ਬੱਸਸ, ਰੋਡਸ, ਜਿਹੜੇ ਹੁਣ ਰਾਉਂਡ ਅਬਾਊਟ ਨਹੀਂ ਹੁੰਦੇ ਸਾਡੇ, ਹੁਣ ਤੁਸੀਂ ਐਬਸਫੋਰਡ ਦੇ ਵਿੱਚ ਨਾਰਥ to ਸਾਊਥ ਜਾ ਹੀ ਨਹੀਂ ਸਕਦੇ ਰਾਉਂਡ ਅਬਾਊਟ ਦੇ ਵਿੱਚ ਜਾਣ ਤੋਂ ਨੂੰ ਅਵੋਇਡ ਕਰਕੇ। ਹੁਣ ਜਾਣੀ ਪੈਂਦੀ ਆ ਰਾਉਂਡ ਅਬਾਊਟ ਦੇ ਥਰੂ। ਕਈ ਲੋਕੀ ਕਹਿੰਦੇ ਕਿ ਮੈਨੂੰ ਪਤਾ ਨਹੀਂ ਰਾਉਂਡ ਅਬਾਊਟ ਦੇ ਵਿੱਚ ਕਿਸ ਤਰੀਕੇ ਨਾਲ ਜਾਈ ਜਾਣੀ ਆ। ਹੁਣ ਇਹ ਡਰ ਲੱਗਦੀ ਆ ਕਿ ਤੁਹਾਡੇ ਕੋਲ ਲਾਇਸੈਂਸ ਹੈਗੀ ਆ, ਤੁਸੀਂ ਜਾ ਨਹੀਂ ਸਕਦੇ ਰਾਉਂਡ ਅਬਾਊਟ ਦੇ ਥਰੂ। ਹੁਣ ਬੱਸਸ ਦੀਆਂ ਰੂਟਸ, ਬੱਸਸ ਦੀਆਂ ਫ੍ਰੀਕੁਐਂਸੀ, ਉਹ ਜਿਹੜੀ ਟ੍ਰਾਂਜ਼ਿਟ ਆਉਣੀ ਹੈਗੀ ਆ ਲੈਂਗਲੀ ਤੋਂ ਈਸਟ ਬਣੇ। ਹੁਣ ਕਈ ਇਸ਼ੂਜ਼ ਜਿਹੜੇ ਹੈਗੇ ਨੇ, ਜਾਂ ਤਾਂ ਪ੍ਰੋਵਿੰਸ਼ੀਅਲ ਆ ਜਾਂ ਤਾਂ ਫੈਡਰਲ ਆ, ਪਰ ਪਹਿਲਾਂ ਸਾਡੇ ਕੰਨ ਦੇ ਵਿੱਚ ਆਉਂਦੇ ਆ ਜਿਹੜੇ ਸਿਟੀ ਕਾਉਂਸਲਰਸ ਬਣਦੇ ਆ, ਪਹਿਲਾਂ ਉਹ ਸੁਣ ਲੈਂਦੇ ਆ, ਹਨਾ। ਫਿਰ ਉਹ ਜਿਵੇਂ ਕੋਲੈਬੋਰੇਸ਼ਨ ਹੁੰਦੀ ਆ, ਨਾਲੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਨਾਲੇ ਫੈਡਰਲ ਗਵਰਨਮੈਂਟ ਦੀ। ਪਰ ਜ਼ਿਆਦਾ ਮੈਂ ਸਮਝ ਚੁੱਕੀ ਆ ਕਿ ਜਿਹੜੇ ਆਮ ਪਾਪੂਲੇਸ਼ਨ ਹੈਗੀ ਆ, ਇਹਨੂੰ ਕਾਫੀ ਸਮਝ ਹੈ ਨਹੀਂ ਕਿ ਕਿਹੜੇ ਇਸ਼ੂਜ਼ ਪ੍ਰੋਵਿੰਸ਼ੀਅਲ ਹੈਗੇ ਨੇ, ਕਿਹੜੇ ਇਸ਼ੂਜ਼ ਫੈਡਰਲ ਹੈਗੇ ਨੇ। ਤਾਂ ਨਾਲੇ ਮੈਂ ਸੁਣਿਆ ਹੈਗਾ ਕਿ ਸਾਨੂੰ ਹਸਪਤਾਲ ਦੀ ਵੀ ਲੋੜ ਆ, ਐਮਰਜੈਂਸੀ 'ਚ ਵੇਟ ਦੀ ਟਾਈਮ ਕਿਉਂ ਇੰਨੀ ਹੈਗੀ ਆ। ਜਦੋਂ ਅਸੀਂ ਹਸਪਤਾਲ ਜਾਂਦੇ ਹਾਂ, ਅਸੀਂ ਪਹਿਲਾਂ ਕਿਉਂ ਨਹੀਂ ਦੇਖ ਸਕਦੇ ਹਾਂ, ਸਾਨੂੰ 9-10 ਘੰਟੇ ਬੈਠਣਾ ਕਿਉਂ ਪੈਂਦਾ। ਸਾਡੇ ਫੈਮਿਲੀ ਡਾਕਟਰਸ ਦੀ ਵੀ ਤਕਲੀਫ ਹੁੰਦੀ ਆ ਕਿ ਇਨਫ ਨਹੀਂ ਹੈਗੇ, ਅਪੁਆਇੰਟਮੈਂਟ ਨਹੀਂ ਮਿਲਦੀ। ਪ੍ਰਾਇਮਰੀ ਕੇਅਰ ਜਿਹੜੀ ਤੁਹਾਡੀ ਫਿਜ਼ੀਸ਼ੀਅਨ ਹੈਗੀ ਆ, ਸਪੈਸ਼ਲਿਸਟ ਦੀ ਅਪੁਆਇੰਟਮੈਂਟ ਨਹੀਂ ਮਿਲਦੀ। ਇਹ ਕਾਫੀ ਗੱਲਾਂ ਪੇਸ਼ ਆਈਆਂ ਮੈਨੂੰ, ਜਿਹੜੇ ਮੈਂ ਪਹਿਲਾਂ ਸੋਚ ਵੀ ਨਹੀਂ ਸਕਦੀ ਸੀ। ਹੁਣ ਆਪਣੇ ਜਿਹੜੇ ਭਾਈਚਾਰ ਟਰਾਂਸਪੋਰਟੇਸ਼ਨ ਦੇ ਕੰਮ ਬਹੁਤ ਚੱਲਦੀ ਆ ਐਬਸਫੋਰਡ ਤੋਂ, ਹੱਬ ਹੈਗੀ ਆ ਸਾਡੀ, 에ਅਰਪੋਰਟ ਵੀ ਹੈਗੀ ਆ, ਬਾਰਡਰ ਦੇ ਨਾਲ ਵੀ ਹੈਗੀ ਆ, ਟਰਾਂਸਪੋਰਟੇਸ਼ਨ ਦਾ ਕੰਮ ਬਹੁਤ ਚੱਲਦੇ ਆ ਆਪਣੇ ਭਾਈਚਾਰਿਆਂ ਦੀ। ਹੁਣ ਟਰੱਕ ਦੀ ਪਾਰਕਿੰਗ ਦੀ ਤਕਲੀਫ ਬੜੀ ਹੈਗੀ ਆ ਸਾਨੂੰ, ਟਰੱਕ ਦੀ ਵਾਸ਼ਿੰਗ ਦੀ ਪ੍ਰੋਬਲਮ ਹੁੰਦੀ ਆ। ਤੁਸੀਂ ਲਾਈਕ ਐਨੀ ਪਲੇਸ ਨਹੀਂ ਤੁਸੀਂ ਵਾਸ਼ ਕਰ ਸਕਦੇ ਹੋ, ਲਾਈਕ ਤਰ੍ਹਾਂ ਦੇ ਲਾਜ਼ ਹੈ, ਬਾਈ ਲਾਜ਼ ਹੈਗੇ ਨੇ ਕਿ ਤੁਸੀਂ ਬਸ ਇਸ ਥਾਂ ਤੇ ਹੀ ਵਾਸ਼ ਕਰ ਸਕਦੇ ਹੋ, ਤੁਸੀਂ ਇਸ ਥਾਂ ਤੇ ਹੀ ਪਾਰਕ ਕਰ ਸਕਦੇ ਹੈਗੇ ਨੇ। ਹੁਣ ਇਹ ਕਾਫੀ ਕੰਪਲੈਕਸ ਗੱਲ ਹੈਗੀ ਆ, ਏਦਾਂ ਦੀ ਗੱਲ ਹੈ ਨਹੀਂ ਕਿ ਮੈਂ ਟਰੱਕ ਪਾਰਕਿੰਗ ਬਣਵਾ ਦੂੰਗੀ ਜੇ ਮੈਂ ਸਿਰਫ ਕਹਿਣ ਨਾਲ ਨਹੀਂ, ਬਹੁਤ ਅੰਡਰਲਾਈਂਗ ਇਸ਼ੂਜ਼ ਵੀ ਹੈਗੇ ਨੇ ਇਸ ਗੱਲ ਤੇ। ਮੈਂ ਸਮਝ ਸਕਦੀ ਆ, ਇਹ ਤਕਲੀਫ ਬੜੀ ਹੈਗੀ ਆ ਆਪਣੇ ਤੇ। ਨਾਲੇ ਹੁਣ ਜਿਹੜਾ ਬੰਦਾ ਹੁਣ 12 ਘੰਟੇ ਘਰ ਤੋਂ ਬਾਹਰ ਰਵੇ, ਹੁਣ 1 extra hour ਉਸ ਬੰਦੇ ਵਾਸਤੇ ਬਹੁਤ it adds up over time. So homelessness ਦੀ ਵੀ ਗੱਲ ਹੈਗੀ ਆ, crime ਦੀ ਵੀ ਗੱਲ ਹੈਗੀ ਆ, mental health facilities ਉਹ ਵੀ ਗੱਲ ਹੈਗੇ ਨੇ। drugs ਦਾ issue ਵੀ ਹੈ, ਡਰੱਗਸ ਦਾ ਇਸ਼ੂ ਵੀ ਹੈ, ਜਾਂ ਜਿੱਦਾਂ ਸਰੀ ਚ, ਵੈਂਕੂਵਰ ਚ ਸਾਡੀ ਵੀ ਡਰੱਗ ਦੀ ਇਸ਼ੂ ਵੀ ਹੈਗੀ ਆ। ਇਹ ਓਪੀਓਇਡ ਕ੍ਰਾਈਸਿਸ ਜਿਹਨੂੰ ਕਹਿੰਦੇ ਨੇ, ਇਹ ਬੜੀ ਤਕਲੀਫ ਹੁੰਦੀ ਆ ਇੱਥੇ ਐਬਸਫੋਰਡ ਵੀ। ਸਾਨੂੰ ਸਾਰੇ ਤਕਲੀਫਾਂ ਸਾਨੂੰ ਵੀ ਹੈਗੇ ਨੇ ਜੀ। ਭਾਰਤੀ, ਇੱਕ ਇਸ਼ੂ ਹੋਰ ਬਹੁਤ ਵੱਡਾ, ਹਾਊਸਿੰਗ ਅਫੋਰਡੇਬਿਲਟੀ। ਹਾਂਜੀ, ਜਿਹਦੀ ਲੋਕਾਂ ਨੂੰ ਏਦਾਂ ਲੱਗਦਾ ਵੀ ਇਸ ਵੇਲੇ ਨਾ ਨੰਬਰ 1 ਪ੍ਰਾਇੋਰਟੀ ਹੈ। ਫਾਈਨੈਂਸ਼ੀਅਲ ਇੰਡਸਟਰੀ ਦੇ ਨਾਲ ਤੁਸੀਂ ਜੁੜੇ ਹੋਏ ਹੋ। ਇਸ ਵੇਲੇ ਵਿਆਜ ਦਰਾਂ ਜਿਹੜੀਆਂ ਨੇ, ਇਨਫਲੇਸ਼ਨ ਰੇਟ ਜਦੋਂ ਅਸੀਂ ਦੇਖਦੇ ਹਾਂ, ਵਿਆਜ ਦਰਾਂ ਨੂੰ ਬਾਰ-ਬਾਰ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ। ਹਾਂਜੀ, ਅੱਜ ਹੀ 0.75% ਵਧਣ ਜਾ ਰਿਹਾ ਹੈ ਨਾ। ਹੁਣ ਅਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਵਾਸਤੇ ਇਹ ਕਿੰਨਾ ਕੁ ਆਸਾਨ ਹੋਣ ਜਾ ਰਿਹਾ ਹੈ? ਤੁਸੀਂ ਇੱਕ ਸਿਟੀ ਇਲੈਕਸ਼ਨਸ ਦੇ ਲਈ ਕੈਂਡੀਡੇਟ ਹੋ, ਰਾਈਟ? ਤੁਹਾਡੀ ਸਿਟੀ ਦੇ ਲੋਕ ਭਾਰਤੀ ਸੰਧੂ ਨੂੰ ਫੋਕਸ ਕਰ ਰਿਹਾ, ਪਰ ਨਾਲ ਦੀ ਨਾਲ ਉਹਨਾਂ ਦਾ ਧਿਆਨ ਹੈ ਵੀ ਇਨਫਲੇਸ਼ਨ ਰੇਟ ਕਿੱਥੇ ਜਾ ਰਿਹਾ ਹੈ ਔਰ ਵਿਆਜ ਦਰਾਂ ਦੇ ਵਿੱਚ ਹੁਣ ਫੇਰ ਵਾਧਾ ਹੋਣ ਜਾ ਰਿਹਾ ਹੈ। ਤਾਂ ਸਾਨੂੰ ਘਰ ਲੈਣੇ ਹੁਣ ਕੀ ਹੋਰ ਵੀ ਔਖੇ ਹੋ ਜਾਣਗੇ ਜਾਂ ਇਹ ਸਾਡੇ ਲਈ ਠੀਕ ਰਹੇਗਾ? ਸੋ ਬੀਇੰਗ ਇੱਕ ਕੈਂਡੀਡੇਟ, ਆਪਣੇ ਲੋਕਾਂ ਦੇ, ਐਬਸਫੋਰਡ ਵਾਸੀਆਂ ਦੇ ਕੈਂਡੀਡੇਟ ਹੋਣ ਦੇ ਨਾਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕੀ ਇਹ ਤਸੱਲੀ ਮਿਲ ਸਕਦੀ ਹੈ ਕਿ ਉਹਨਾਂ ਵਾਸਤੇ ਇਹ ਵਧੀਆ ਫੈਸਲਾ ਹੋਏਗਾ, ਜਾਂ ਫਿਰ ਹੋਰ ਵੀ ਅੱਗੇ ਔਖਾ ਹੋਣ ਜਾ ਰਿਹਾ, ਤੇ ਉਹਨਾਂ ਦੇ ਕੈਂਡੀਡੇਟ ਉਹਨਾਂ ਵਾਸਤੇ ਕੀ ਕਰਨਗੇ ਜੇ ਉਹ ਚੁਣੇ ਜਾਂਦੇ ਨੇ? ਤਾਂ
ਜੀ ਇਹ ਤਾਂ ਬੜੀ ਵਧੀਆ ਕੁਐਸਚਨ ਆ ਤੇ ਮਲਟੀ ਫੈਸੇਟਡ ਕੁਐਸਚਨ ਆ ਹੁਣ ਇਹ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਵੀ ਹੈਗੀ ਆ ਫੈਡਰਲ ਗਵਰਨਮੈਂਟ ਦੀ ਵੀ ਹੈਗੀ ਆ ਬੈਂਕ ਆਫ ਕੈਨੇਡਾ ਦੀ ਵੀ ਹੈਗੀ ਆ ਹੁਣ ਇਨਫਲੇਸ਼ਨ ਤਾਂ ਇੱਕ ਸਿਟੀ ਕਾਉਂਸਲਰ ਦੇ ਹੱਥੋਂ ਬਾਹਰ ਦੀ ਗੱਲ ਹੈਗੀ ਆ ਪਰ ਹਾਊਸਿੰਗ ਅਫੋਰਡੇਬਿਲਿਟੀ ਨੰਬਰ 1 ਹੈਗੀ ਆ ਤੇ ਨਾਲੇ ਲਿਵੇਬਿਲਿਟੀ ਹੁਣ ਇੱਥੇ ਐਬਸਫੋਰਡ ਚ ਮੈਂ ਪਿਛਲੇ 30 ਸਾਲ ਤੋਂ ਰਹਿ ਰਹੀ ਹੈਗੀ ਆ ਜਦੋਂ ਮੈਂ ਸੁਣਦੀ ਆ ਯੰਗਰ ਲੋਕਾਂ ਕੋਲੋਂ ਕਿ ਉਹ ਮੈਂ ਹੁਣ ਸਾਡੀ ਵੀਕਐਂਡ ਹੈਗੀ ਆ ਵੀਕਐਂਡ ਤੇ ਸੈਟਰਡੇ ਨਾਈਟ ਆਪਾਂ ਤਾਂ ਵੈਂਕੂਵਰ ਜਾਣਾ ਹੈਗਾ ਇੱਥੇ ਕੁਝ ਹੈ ਨਹੀਂ ਐਬਸਫੋਰਡ ਦੇ ਵਿੱਚ ਸਾਨੂੰ ਕਰਨ ਨੂੰ ਅਸੀਂ ਬਾਹਰ ਨਹੀਂ ਜਾਣਾ ਇੱਥੇ ਅਸੀਂ ਰੈਸਟੋਰੈਂਟ 'ਚ ਨਹੀਂ ਜਾਣਾ ਅਸੀਂ ਹੁਣ ਜਿਹੜੇ ਵੀ ਤੁਸੀਂ $100-200 ਖਰਚਣੇ ਸੀ ਤੁਸੀਂ ਉਹ ਹੁਣ ਜਾ ਕੇ ਵੈਂਕੂਵਰ 'ਚ ਖਰਚਣੇ ਹੈਗੇ ਆ ਲਿਵੇਬਿਲਿਟੀ ਕਿਉਂ ਨਹੀਂ ਹੈਗੀ ਸਾਡੇ ਸਿਟੀ ਦੇ ਵਿੱਚ ਇਹ ਵੀ ਗੱਲ ਸੋਚਣੀ ਚਾਹੀਦੀ ਆ ਸਾਨੂੰ ਕਿ ਜਦੋਂ ਲਿਵੇਬਿਲਿਟੀ ਵੱਧ ਜਾਂਦੀ ਹੈ ਹਾਊਸਿੰਗ ਅਫੋਰਡੇਬਿਲਿਟੀ ਸਾਡੀ ਹੋ ਜਾਂਦੀ ਹੈ ਫਿਰ ਸਾਰੇ ਲੋਕੀ ਰਹਿਣ ਐਬਸਫੋਰਡ ਦੇ ਵਿੱਚ ਅਸੀਂ ਇੰਨੇ ਵੱਡੇ ਹੱਬ ਹੈਗੇ ਆ ਨਾਲੇ ਜੀਓਗ੍ਰਾਫਿਕਲੀ ਨਾਲੇ ਫਰੇਜ਼ਰ ਵੈਲੀ ਦੇ ਬਿਲਕੁਲ ਵਿਚਕਾਰਲੇ ਜਾ ਕੇ ਅਸੀਂ ਹੈਗੇ ਆ ਮੈਂ ਚਾਹੁੰਦੀ ਆ ਕਿ ਸਾਡੇ ਅਫੋਰਡੇਬਿਲਿਟੀ ਵੱਧ ਜਾਵੇ ਇਹ ਨਹੀਂ ਕਿ ਹਾਊਸਿੰਗ ਪ੍ਰਾਈਸਿਸ ਵੱਧ ਜਾਵੇ ਇਹ ਹੈਗੀ ਆ ਕਿ ਸਾਡੀ ਅਫੋਰਡੇਬਿਲਿਟੀ ਵੱਧ ਜਾਵੇ ਤੇ ਨਾਲੇ ਘਰ ਦੇ ਪ੍ਰਾਈਸ ਇੱਕ ਗੱਲ ਹੈਗੀ ਆ ਤੇ ਬਾਕੀ ਦੇ ਸਾਰੇ ਸਿਟੀ ਦੇ ਵਿੱਚ ਜਿਹੜੇ ਵੀ ਸਾਡੇ ਅਮੈਨਿਟੀਜ਼ ਹੈਗੇ ਨੇ ਉਹ ਵੀ ਵੱਧ ਜਾਵੇ ਜੀ ਸੋ ਇਸ ਵੇਲੇ ਰੈਂਟਾਂ ਦੀ ਵੀ ਗੱਲ ਹੋ ਰਹੀ ਸੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੇਸਮੈਂਟਾਂ ਦੇ ਵਿੱਚ ਰਹੇ ਨੇ ਰੈਂਟ ਵੀ ਬਹੁਤ ਜ਼ਿਆਦਾ ਵੱਧ ਰਹੇ ਨੇ ਸੋ ਉਹਨਾਂ ਵਾਸਤੇ ਵੀ ਕਿਤੇ ਨਾ ਕਿਤੇ ਕੋਈ ਆਸਾਨੀ ਹੋਏਗੀ ਰੈਂਟ ਸਟੇਬਲ ਹੋ ਪਾਣਗੇ ਹਾਊਸ ਰੈਂਟ ਅਸੀਂ ਕੰਮ ਕਰਾਂਗੇ ਇਹ ਕਰਨ ਨੂੰ ਜੇ ਜਿੱਤ ਗਏ ਤਾਂ ਇਹ ਅਫੋਰਡੇਬਿਲਿਟੀ ਦੇ ਵੀ ਗੱਲ ਪੈਂਦੀ ਹੈ ਲਿਵੇਬਿਲਿਟੀ ਦੀ ਵੀ ਗੱਲ ਪੈਂਦੀ ਹੈ ਅਸੀਂ ਚਾਹੁੰਦੇ ਨਹੀਂ ਕਿ ਸਾਰੇ ਕਹਿਣ ਕਿ ਐਬਸਫੋਰਡ ਇਜ਼ ਟੂ ਐਕਸਪੈਂਸਿਵ ਅਸੀਂ ਮੂਵ ਹੋਣ ਲੱਗੇ ਆ ਅਸੀਂ ਇਹ ਗੱਲ ਸੁਣਨਾ ਨਹੀਂ ਚਾਹੁੰਦੇ ਓਕੇ ਹਾਂ ਕਿ ਐਬਸਫੋਰਡ ਤੋਂ ਸਾਰੇ ਫਿਰ ਸਰੀ ਨੂੰ ਆ ਜਾਣ or Chilliwack or Langley or anywhere else ਕੋਈ ਵੀ ਸਸਤੀ ਜਗ੍ਹਾ ਦੇ ਕੇ ਉੱਥੇ ਰਹਿ ਅਸੀਂ ਤਾਂ ਐਬਸਫੋਰਡ ਆਪਣੇ ਨਿਵਾਸੀ ਨੂੰ ਐਬਸਫੋਰਡ ਦੇ ਵਿੱਚ ਹੀ ਰੱਖਣਾ ਚਾਹੁੰਦੇ ਆ ਹੋਰ ਕੀ ਹੈ ਭਾਰਤੀ ਤੁਹਾਡੇ ਏਜੰਡੇ ਦੇ ਵਿੱਚ ਹੁਣ ਤਾਂ ਇਲੈਕਸ਼ਨ ਕੈਂਪੇਨਿੰਗ ਕਰਨ ਲਈ ਜਦੋਂ ਲੋਕ ਬਾਹਰ ਨਿਕਲਦੇ ਨੇ ਸਪੈਸ਼ਲ ਕੈਂਡੀਡੇਟ ਨਿਕਲਦੇ ਨੇ ਡੋਰ ਟੂ ਡੋਰ ਤੁਸੀਂ ਨੌਕ ਕਰਦੇ ਹੋ ਉਸ ਟਾਈਮ ਦੇ ਉੱਤੇ ਤੁਹਾਨੂੰ ਕਿਹੜੇ ਟੌਪਿਕ ਨਜ਼ਰ ਆਉਂਦੇ ਇੱਕ ਤਾਂ ਹੁੰਦੇ ਕਿ ਤੁਹਾਡੇ ਮੈਨੀਫੈਸਟੋ ਦੇ ਵਿੱਚ ਜਿਹੜੀ ਗੱਲ ਆ ਚੁੱਕੀ ਹੋਈ ਵੀ ਅਸੀਂ ਆ ਪ੍ਰੋਮਿਸਿਸ ਪੂਰੇ ਕਰ ਦਾਂਗੇ ਰਾਈਟ ਇਹ ਸਾਡੇ ਉੱਤੇ ਫੋਕਸ ਹੈਗੇ ਨੇ ਇਸ ਤੋਂ ਇਲਾਵਾ ਜਦੋਂ ਘਰ ਘਰ ਜਾ ਰਹੇ ਹੋ ਐਬਸਫੋਰਡ ਦੇ ਵਿੱਚ ਹਰ ਦਿਨ ਇਲੈਕਸ਼ਨ ਕੈਂਪੇਨਿੰਗ ਲਈ ਨਿਕਲ ਰਹੇ ਹੋ ਉਦੋਂ ਕਿਹੜੇ ਗਰਾਊਂਡ ਦੇ ਉੱਤੇ ਮੁੱਦੇ ਤੁਹਾਨੂੰ ਨਜ਼ਰ ਆਉਂਦੇ ਨੇ ਜਿਹੜੇ ਲੱਗਦੇ ਨੇ ਕਿ ਹਾਂ ਬੇਸ਼ੱਕ ਇਹ ਸਾਡੀ ਏਜੰਡੇ ਤੇ ਨਹੀਂ ਹੈ ਪਰ ਇਹ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈਗੀ ਹੈ ਇਹਨਾਂ ਦੀ ਜਿਹੜੇ ਕਿ ਪੂਰੇ ਹੋਣੇ ਚਾਹੀਦੇ ਹੈ ਕੁਝ ਇਦਾਂ ਦੇ ਇਸ਼ੂਜ਼ ਦੱਸੋ ਐਕਚੁਅਲੀ ਇਹ ਜਿਹੜੀ ਡੋਰ ਟੂ ਡੋਰ ਜਾਣ ਵਾਲੀ ਗੱਲ ਹੈਗੀ ਹੈ ਇਹ ਮੇਰੀ ਕੈਂਪੇਨਿੰਗ ਦੀ ਸਭ ਤੋਂ ਫੇਵਰਿਟ ਗੱਲ ਹੈਗੀ ਆ ਇਸ ਕਰਕੇ ਕਿਉਂਕਿ ਜਦੋਂ ਤੁਸੀਂ ਦੋ ਬੰਦੇ ਇੱਕ ਦੂਜੇ ਦੇ ਸਾਹਮਣੇ ਖੜ ਕੇ ਗੱਲ ਕਰਦੇ ਆ ਤੁਹਾਨੂੰ ਜਿਹੜੀ ਵੀ ਇਸ਼ੂਜ਼ ਹੈਗੇ ਨੇ ਉਹ ਬੜੇ ਸਾਫ਼ ਮੂੰਹ ਤੇ ਲੋਕੀ ਮੈਨੂੰ ਦੱਸ ਦਿੰਦੇ ਆ ਕਿ ਅਸੀਂ ਤੇਰੇ ਲਈ ਵੋਟ ਇਸ ਕਰਕੇ ਪਾਉਣੀ ਹੈਗੀ ਆ ਜਾਂ ਇਸ ਕਰਕੇ ਨਹੀਂ ਪਾਉਣੀ ਹੈਗੀ ਇਦਾਂ ਉਂਗਲੀ ਪਾ ਕੇ ਕਹਿੰਦੇ ਆ ਲੋਕੀ ਮੈਨੂੰ ਹੱਕ ਨਾਲ ਤੇ ਉਹਨਾਂ ਦੀ ਹੱਕ ਜ਼ਰੂਰ ਹੈਗੀ ਆ ਜਿਹੜੇ ਵੀ ਵੋਟ ਪਾ ਕੇ ਆਉਂਦੇ ਨੇ ਹੱਕ ਜ਼ਰੂਰ ਹੈਗੀ ਆ different neighborhoods ਦੀ ਇਸ਼ੂਜ਼ ਬਹੁਤ ਵਾਸਟ ਹੁੰਦੇ ਨੇ ਹੁਣ ਜਦੋਂ ਮੈਂ ਇੱਕ ਨੇਬਰਹੁੱਡ ਚ ਜਾਂਦੀ ਹਾਂ ਕਹਿੰਦੇ ਕਿ ਸਾਡੇ ਸਕੂਲ 30 ਬੱਚਿਆਂ ਤੋਂ ਜ਼ਿਆਦਾ ਇੱਕ ਕਲਾਸ ਦੇ ਵਿੱਚ ਹਰੇਕ ਕਲਾਸ ਦੇ ਵਿੱਚ ਹੁੰਦੀ ਹੈ ਸਾਡੀ ਸਕੂਲ ਕਦੋਂ ਨਵੀਂ ਬਣੂਗੀ ਸਾਡੇ ਬੱਸ ਨਹੀਂ ਆਉਂਦੀ ਇੱਥੇ ਅਸੀਂ ਕਿਵੇਂ ਕਰਾਂਗੇ ਤੁਸੀਂ ਕਿਸੇ ਹੋਰ ਤੇ ਚੱਲ ਜਾਓ ਸਾਡੀਆਂ ਪਾਰਕਾਂ ਬੱਚੇ ਵਾਸਤੇ ਨਹੀਂ ਹੈਗੇ ਅਸੀਂ ਟੂਰਨਾਮੈਂਟ ਨਹੀਂ ਕਰ ਸਕਦੇ ਕਿਉਂਕਿ ਸਾਡੇ ਫੀਲਡਸ ਨਹੀਂ ਇਨਫ ਹੈਗੇ ਤੇ ਫੀਲਡਸ ਦੇ ਵਿੱਚ ਚੇਂਜ ਕਰਨ ਲਈ ਥਾਂ ਨਹੀਂ ਹੈਗੇ ਅਸੀਂ ਲੋਕਾਂ ਨੂੰ ਬੁਲਾ ਨਹੀਂ ਸਕਦੇ ਇੱਥੇ ਹੁਣ ਜਦੋਂ ਸਾਡੇ ਨੈਕਸਟ ਈਅਰ ਹੋਣ ਜਾ ਰਹੇ ਨੇ BC ਦੇ 55+ ਗੇਮਸ ਉਸ ਦੇ ਕਮੇਟੀ ਦੇ ਵਿੱਚ ਮੈਂ ਵੀ ਡਾਇਰੈਕਟਰ ਹਾਂ ਹਾਲੇ ਤੇ ਹੁਣ ਜਦੋਂ ਅਸੀਂ ਟੂਰਨਾਮੈਂਟ ਕਰਦੇ ਹਾਂ ਜਾਂ 55+ ਗੇਮਸ ਕੋਈ ਵੀ 에ਅਰ ਸ਼ੋ ਹੋਈ ਐਗਰੀਫੇਅਰ ਹੋਇਆ ਸਾਡੀ ਕੋਈ ਵੀ ਸਾਡੇ ਇਦਾਂ ਦੇ ਵੱਡੇ ਫੰਕਸ਼ਨ ਹੁੰਦੇ ਨੇ ਲੋਕੀ ਬਾਹਰੋਂ ਆਉਂਦੇ ਨੇ ਕਮ ਸੇ ਕਮ ਗੈਸ ਤਾਂ ਲੈ ਕੇ ਜਾਂਦੇ ਨੇ ਕਮ ਸੇ ਕਮ ਲੰਚ ਤਾਂ ਖਾ ਕੇ ਜਾਂਦੇ ਨੇ ਸਾਡੀ ਇਕਨੋਮੀ ਦੇ ਵਿੱਚ ਇੰਨੀ ਕੈਸ਼ ਦੀ ਇਨਫਲਕਸ ਹੁੰਦੀ ਹੈ ਇਹ ਵਧੀਆ ਗੱਲ ਹੈਗੀ ਆ ਕਿ ਅਸੀਂ ਕੋਈ ਫੰਕਸ਼ਨਸ ਕਰੀਏ ਐਬਸਫੋਰਡ ਦੇ ਵਿੱਚ ਜਿਸ ਦੇ ਨਾਲ ਲੋਕੀ ਬਾਹਰੋਂ ਐਬਸਫੋਰਡ ਦੇ ਵਿੱਚ ਆਉਣ ਦੂਸਰੇ ਨੇਬਰਹੁੱਡਸ ਦੇ ਵਿੱਚ ਹੁਣ ਰੋਡਸ ਦੀ ਵੀ ਗੱਲ ਪੈ ਜਾਂਦੀ ਆ ਸਾਡੇ ਜਦੋਂ ਸਨੋ ਪੈਂਦੀ ਆ ਕੇ ਸਾਫ਼ ਨਹੀਂ ਕਰਕੇ ਜਾਂਦੇ ਜਿਹੜੇ ਪਾਰਕਾਂ ਦੇ ਵਿੱਚ ਉਹ ਇੱਥੋਂ ਤੱਕ ਹੁੰਦੀ ਆ ਸਾਫ਼ ਨਹੀਂ ਕਰਕੇ ਜਾਂਦੇ ਜਿਸ ਨੇਬਰਹੁੱਡ ਦੇ ਵਿੱਚ ਜਾਓ ਡਿਫਰੈਂਟ ਤਰ੍ਹਾਂ ਦੀਆਂ challenges ਹੁੰਦੇ ਨੇ ਲੋਕਾਂ ਦੇ ਜੀ ਸੋ ਕਾਫੀ ਕੁਝ ਮੈਨੂੰ ਸੁਣਨ ਨੂੰ ਮਿਲਿਆ ਹੈਗਾ ਪਿਛਲੇ ਮਈ ਤੋਂ ਲੈ ਕੇ ਅੱਜ ਤੱਕ ਦੈਟਸ ਗੁੱਡ ਭਾਰਤੀ ਹੁਣ ਹੈ ਕਿ ਇੱਥੇ ਗੱਲ ਕੀਤੀ ਜਾ ਰਹੀ ਸੀ ਕਿ ਐਡਵਾਂਸ VOTING ਜਿਹੜੀ ਹੈ ਉਹ ਇਸ ਵਾਰ ਡਿਫਰੈਂਟ ਹੈ ਇਸ ਵਾਰ ਲਗਾਤਾਰ ਜਿਹੜੀ 4 ਦਿਨ ਹੋਣੀ ਹੈ ਰਾਈਟ ਸੋ ਇਹ ਐਡਵਾਂਸ VOTING ਕੀ ਪਹਿਲਾਂ ਵੀ ਇਦਾਂ ਹੀ ਹੁੰਦੀ ਸੀ ਕਿ ਕੰਟੀਨਿਊ 4 ਦਿਨ ਹੋ ਰਹੀ ਹੈ ਜਾਂ ਫਿਰ ਇਸ ਵਾਰ ਥੋੜਾ ਵੱਖਰਾ ਕੁਝ ਹੋ ਰਿਹਾ ਹੁਣ ਸਾਡੇ ਸਿਟੀ ਦੇ ਵਿੱਚ ਨਵੇਂ ਕੁਝ ਬੰਦੇ ਆਏ ਹੋਣੇ ਆ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦੀ ਮਕਸਦ ਹੈਗੀ ਆ ਕਿ VOTING ਦੀ ਐਕਸਪੀਰੀਅੰਸ
ਵਧੀਆ ਕਰਨ ਲੋਕਾਂ ਲਈ ਸੋ ਹੁਣ ਹੈਗੀ ਆ ਹੁਣ ਐਡਵਾਂਸਡ VOTING ਇੱਕ ਦਿਨ ਇੱਥੇ ਹੋਇਆ ਹੁੰਦਾ ਸੀ ਇੱਕ ਦਿਨ ਇੱਥੇ ਇੱਕ ਦਿਨ ਫਿਰ ਐਕਚੁਅਲ VOTING ਡੇ ਹੁਣ ਇਹਨਾਂ ਨੇ ਕੀਤਾ ਹੈਗਾ ਕਿ ਅਕਤੂਬਰ ਦੀ 5 ਤਾਰੀਖ ਤੋਂ ਲੈ ਕੇ ਅਕਤੂਬਰ ਦੀ 8 ਤਾਰੀਖ ਤੱਕ ਸੋ ਮੈਨੂੰ ਸ਼ੱਕ ਹੈ ਕਿ ਵੈਨਸਡੇ ਥਰਸਡੇ ਫਰਾਈਡੇ ਸੈਟਰਡੇ ਦਿਨ ਹੈਗੇ ਨੇ ਸਿਟੀ ਹਾਲ ਦੇ ਨਾਲ ਕਰਕੇ ਜਿਹੜੀ ਪੁਰਾਣੀ ਕੋਰਟ ਹਾਊਸ ਹੁੰਦੀ ਸੀ ਉੱਥੇ ਤੁਸੀਂ ਜਾ ਕੇ ਐਡਵਾਂਸਡ ਵੋਟ ਪਾ ਸਕਦੇ ਹੋ ਤੁਹਾਡੀ ਲਾਈਨ ਕੱਟ ਹੋਊਗੀ ਵੇਟ ਕੱਟ ਕਰਨੀ ਪਊਗੀ ਜੇ ਤੁਸੀਂ ਇੰਨਾ ਮੋਬਾਈਲ ਨਹੀਂ ਹੈਗੇ ਜੇ ਲੱਤ ਪੈਰ ਕੁਛ ਹੋ ਜਾਵੇ ਤੁਸੀਂ ਬੈਠਣਾ ਚਾਹੁੰਦੇ ਹੋ ਉਹ ਕਰਬ ਸਾਈਡ ਤੇ ਵੀ ਆ ਕੇ ਤੁਹਾਡੀ ਵੋਟ ਲੈ ਸਕਦੇ ਆ ਕਾਰ ਤੋਂ ਦੱਸਣੀ ਪੈਂਦੀ ਆ ਬਸ ਪਰ ਆ ਕੇ ਇਦਾਂ ਵੀ ਹੋ ਸਕਦੀ ਆ ਤਾਂ ਫਿਰ ਫਾਈਨਲ VOTING ਡੇ ਹੈਗੀ ਆ ਅਕਤੂਬਰ ਦੇ 15 ਤਾਰੀਖ ਨੂੰ ਤਰ੍ਹਾਂ ਥਾਂ ਤੇ ਹੋਊਗੀ ਜਿੱਥੇ ਤੁਸੀਂ ਜਾ ਕੇ ਵੋਟ ਪਾ ਕੇ ਆ ਸਕਦੇ ਹੋ ਤੁਹਾਡੇ ਨੇਬਰਹੁੱਡ ਦੇ ਮੁਤਾਬਿਕ ਆਈ ਮੀਨ ਤੁਸੀਂ ਕਿਤੇ ਵੀ ਜਾ ਕੇ ਆਪਣੇ ID ਦੇ ਨਾਲ ਵੋਟ ਕਰਕੇ ਆ ਸਕਦੇ ਹੈਗੇ ਨੇ ਨਾਲੇ ਮੇਲ ਇਨ VOTING ਵੀ ਹੈਗੇ ਨੇ ਤੁਸੀਂ 15 ਤਾਰੀਖ ਤੱਕ ਰਜਿਸਟਰ ਕਰ ਸਕਦੇ ਹੋ ਇਸ ਦੇ ਲਈ ਪਰ ਇਹ ਚਾਹੁੰਦੇ ਨੇ ਕਿ ਕਾਫੀ ਟਾਈਮ ਹੋਵੇ ਡਿਫਰੈਂਟ ਦਿਨ ਤੇ ਹੋਣ ਤੇ ਨਾਲੇ ਲੰਬੀਆਂ ਆਵਰਸ ਹੋਣ ਲੋਕੀ ਜਾ ਕੇ ਵੋਟ ਪਾ ਕੇ ਜ਼ਰੂਰ ਆਉਣ ਜੀ ਇਹਨਾਂ ਦੀ ਮਕਸਦ ਇਹ ਹੈਗੀ ਆ ਬਿਲਕੁਲ ਭਾਰਤੀ ਅੱਗੇ ਹੁਣ ਇਲੈਕਸ਼ਨ ਕੈਂਪੇਨਿੰਗ ਤਾਂ ਚੱਲ ਹੀ ਰਹੀ ਹੈ ਹੋਰ ਕੈਂਡੀਡੇਟਸ ਜਿਹੜੇ ਨੇ ਉਹ ਵੀ ਹਜੇ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਰਾਈਟ ਕਿੰਨਾ ਕੁ ਭਾਰਤੀ ਸੰਧੂ ਤਿਆਰ ਹੈ ਇਹਨਾਂ ਚੀਜ਼ਾਂ ਲਈ ਕਿੰਨੀ ਕੁ ਰੈਡੀ ਇਸ ਵੇਲੇ ਨਜ਼ਰ ਆ ਰਹੀ ਕਿਉਂਕਿ ਹੁਣ ਮੈਂ ਬਹੁਤ ਘੱਟ ਸਮਾਂ ਰਹਿ ਗਿਆ ਇਲੈਕਸ਼ਨਸ ਦੇ ਵਿੱਚ ਹਾਂਜੀ ਮੈਂ ਤਾਂ 100% ਤਿਆਰ ਹਾਂ ਜੀ 100% ਓਕੇ ਤੇ ਲੋਕਾਂ ਨੂੰ ਭਾਰਤੀ ਸੰਧੂ ਦਾ 100% ਜਿਹੜਾ ਉਹ ਮਿਲੂਗਾ ਜੋ ਵਾਅਦੇ 100% ਕੀਤੇ ਹੋਏ ਨੇ ਐਬਸੋਲੂਟਲੀ ਮੇਰਾ ਵਾਅਦਾ ਇਦਾਂ ਹੈਗਾ ਕਿ ਮੈਂ ਲੋਕਾਂ ਦੀਆਂ ਗੱਲਾਂ ਸਮਝ ਕੇ ਚੈਲੰਜਸ ਸਮਝ ਕੇ ਜਿੰਨਾ ਕੁ ਮੇਥੋਂ ਹੋ ਸਕਦਾ ਹੈਗਾ ਮੈਂ ਕਰੂੰਗੀ ਉਸ ਚੈਲੰਜਸ ਨੂੰ ਹੈਲਪ ਕਰਨ ਲਈ why people trust on you I have a track record ਜਿੰਨਾ ਕੁ ਜਿੰਨੀ ਵੀ ਕਮਿਊਨਿਟੀ ਦੇ ਵਿੱਚ ਮੈਂ ਸੇਵਾ ਹਾਲੇ ਤੱਕ ਕੀਤੀ ਹੈਗੀ ਆ ਮੈਂ ਕਹਿ ਸਕਦੀ ਹਾਂ ਜਦੋਂ ਮੈਂ ਇਸ ਕਮੇਟੀ ਤੇ ਸੀ ਇਹ ਗੱਲ ਹੋਈ ਸੀ ਜਦੋਂ ਮੈਂ ਇਸ ਬੋਰਡ ਤੇ ਸੀ ਮੇਰੇ ਕਰਕੇ ਇਸ ਤਰ੍ਹਾਂ ਬੋਰਡ ਵਧੀ ਹੈਗੀ ਆ ਇਹ ਜੇ ਤੁਸੀਂ ਮੇਰੇ ਵੈਬਸਾਈਟ ਤੇ ਜਾਓ ਪੂਰੀ ਦੀ ਪੂਰੀ ਹਿਸਟਰੀ ਮੇਰੀ ਹੈਗੀ ਆ ਕਿ ਮੈਂ ਕਿੰਨਾ ਕੁਛ ਆਲਰੇਡੀ ਕਮਿਊਨਿਟੀ ਦੀ ਸੇਵਾ ਕਰ ਚੁੱਕੀ ਹੈਗੀ ਆ ਤੇ ਮੈਂ ਕਿੰਨਾ ਕੁਛ ਕਰੀ ਜਾਊਂਗੀ ਜੀ ਐਂਡ ਦੇ ਵਿੱਚ ਆਖਿਰ ਦੇ ਵਿੱਚ ਭਾਰਤੀ ਤੁਸੀਂ ਲੋਕਾਂ ਨੂੰ ਖਾਸ ਕਰਕੇ ਐਬਸਫੋਰਡ ਦੇ ਲੋਕ ਜਿਹੜੇ ਕਿ ਇਸ ਵੇਲੇ ਜਿਨ੍ਹਾਂ ਨੇ ਆਪਣਾ ਨੁਮਾਇੰਦਾ ਚੁਣਨਾ ਹੈ ਆਪਣਾ ਕੈਂਡੀਡੇਟ ਉਹਨਾਂ ਨੇ ਚੁਣਨਾ ਹੈ ਇਲੈਕਸ਼ਨਸ ਦੇ ਵਿੱਚ ਆਪਣੀ ਵੋਟ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਭਾਰਤੀ ਸੰਧੂ ਨਾਲ ਕੰਟੈਕਟ ਕਰਨ ਤੱਕ ਕਿੱਥੇ ਕਰ ਸਕਦੇ ਨੇ ਜੀ ਤੁਸੀਂ ਨਾਲ ਮੈਂ ਫੇਸਬੁੱਕ ਤੇ ਹੈਗੀ ਆ ਇੰਸਟਾਗ੍ਰਾਮ ਤੇ ਫੋਨ ਵੀ ਤੁਸੀਂ ਮੈਨੂੰ ਕਰ ਸਕਦੇ ਹੋ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਈਮੇਲ ਵੀ ਕਰਕੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੈਗੇ ਹੋ ਮੇਰੀ ਬਸ ਇਹ ਬੇਨਤੀ ਆ ਕਿ ਤੁਸੀਂ ਸੋਚ ਸਮਝ ਕੇ ਰਿਸਰਚ ਕਰਕੇ ਲੋਕਾਂ ਨਾਲ ਮਿਲ ਕੇ ਗੱਲਾਂ ਕਰਕੇ ਆਪਣੇ ਟਾਈਮ ਕੱਢ ਕੇ ਕੀਮਤੀ ਵੋਟ ਪਾ ਕੇ ਜ਼ਰੂਰ ਆਇਓ ਜੀ ਭਾਰਤੀ ਕਾਲਰ ਦੀ ਕਾਲ ਅਟੈਂਡ ਕਰਦੇ ਹਾਂ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਆਪਣੇ ਤੁਹਾਡੇ ਗੈਸਟ ਭਾਰਤੀ ਜੀ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਇਹਨਾਂ ਦਾ ਬੱਚਿਆਂ ਦਾ ਧੰਨਵਾਦ ਹੀ ਕਰਦਾ ਵੀ ਇਹਨਾਂ ਨੇ ਹੌਸਲਾ ਫੜ ਕੇ ਆਪਣਾ ਮਿਊਨਿਸਪੈਲਿਟੀ ਜਿਹੜੀ ਐਸਫੋਰਡ ਦੀ ਉਹਦੇ ਵਿੱਚ ਰਨ ਕੀਤਾ ਜੀ ਔਰ ਇਹਨਾਂ ਦੀ ਅੱਗੇ ਵੀ ਮੈਂ ਇੰਟਰਵਿਊ ਸੁਣੀ ਸੀ ਇਹ ਜਿਹੇ ਨਿਆਣਿਆਂ ਨੂੰ ਆਉਣਾ ਚਾਹੀਦਾ ਅੱਗੇ ਔਰ ਮੈਂ ਬੇਨਤੀ ਕਰਦਾ ਸਾਰੇ ਜਿਹੜੇ ਐਸਫੋਰਡ ਦੇ ਨਿਵਾਸੀ ਉਹਨਾਂ ਨੂੰ ਵੀ ਇਹਨਾਂ ਦੀ ਸਪੋਰਟ ਕਰਨ ਕਿਉਂਕਿ ਜੇ ਇਹ ਜਿਹੇ ਬੱਚੇ ਜਿਹੜੇ ਇੱਥੋਂ ਦੇ ਕੈਨੇਡੀਅਨ ਬੋਰਨ ਹੈ ਇਹਨਾਂ ਨੂੰ ਸਮੱਸਿਆਵਾਂ ਦਾ ਜਿਹੜੀਆਂ ਕਿ ਟਾਈਮ ਦੇ ਨਾਲ ਹੁਣ ਉੱਥੇ ਸਮੱਸਿਆਵਾਂ ਕਾਫੀ ਆ ਉਹ ਇਹ ਹੱਲ ਕਰਨਗੇ ਕਿਉਂਕਿ ਜੰਗ ਬੱਚੇ ਇਹਨਾਂ ਕੋਲ એનર્ਜੀ ਵੀ ਹੈਗੀ ਆਪ ਹੀ ਕਹਿ ਕੇ ਹਟੇ ਵੀ ਜੇ ਕੋਈ ਰਿਟਾਇਰਡ ਬੰਦਾ ਮੇਰੇ ਵਰਗਾ ਉਹਦੇ ਕੋਲ ਤਾਂ એનર્ਜੀ ਵੀ ਨਹੀਂ ਹੁੰਦੀ ਜੀ ਜੰਗ ਬੱਚੇ ਕੋਲ એનર્ਜੀ ਹੁੰਦੀ ਔਰ ਜੇ ਉਹ ਕਰਨਾ ਮੰਗਦਾ ਰਹੇ ਕਿਉਂਕਿ ਪਬਲਿਕ ਸੇਵਾ ਹੈ ਪਲੇਟਫਾਰਮ ਹੈ ਇਹਦੇ ਉੱਤੇ ਜਿੰਨੇ ਜੰਗ ਬੱਚੇ ਆਉਣਗੇ ਔਰ ਸਾਡੇ ਲਈ ਖੁਸ਼ੀ ਦੀ ਗੱਲ ਆ ਅਸੀਂ ਇੱਥੋਂ ਬੈਠੇ ਵੀ ਇਹਨਾਂ ਦੀ ਸਪੋਰਟ ਕਰਾਂਗੇ ਔਰ ਉੱਥੇ ਕਰ ਵੀ ਰਹੇ ਆ ਸਾਡੇ ਦੋਸਤ ਸੁਰਿੰਦਰ ਸਿੰਘ ਬਰਾੜ ਆ ਜਿਹੜੇ ਪ੍ਰੈਜ਼ੀਡੈਂਟ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਸੀ ਤੁਸੀਂ ਵੀ ਇੱਥੇ ਜਿਹੜੇ ਬੰਦੇ ਰਹਿੰਦੇ ਤੁਹਾਡੇ ਜਾਣ ਪਛਾਣ ਵਾਲੇ ਸੋ ਅਸੀਂ ਤਾਂ ਇਹਨਾਂ ਦੀ ਸਪੋਰਟ ਕਰਾਂਗੇ ਐਜ਼ ਕਿਉਂਕਿ ਇਹਨਾਂ ਦੀ ਜਿਹੜੀ ਵਿਚਾਰਧਾਰਾ ਉਹ ਬੜੀ ਮੈਨੂੰ ਅੱਛੀ ਲੱਗਦੀ ਹੈ ਕਿਉਂਕਿ ਵਿਚਾਰਧਾਰਾ ਦਾ ਹੋਣਾ ਬੜਾ ਜ਼ਰੂਰੀ ਹੁੰਦਾ ਜਦੋਂ ਤੁਹਾਡੇ ਕੋਲੇ ਕੋਈ ਵਿਚਾਰ ਹੀ ਹੈ ਨਹੀਂਗਾ ਤੇ ਫਿਰ ਤੁਸੀਂ ਰੈਗੂਲੇਸ਼ਨ ਵੀ ਕੋਈ ਲਿਆ ਨਹੀਂ ਸਕਦੇ ਸੋ ਖਾਸ ਕਰਕੇ ਇਹ ਫੀਮੇਲ ਲੜਕੀਆਂ ਸਾਡੀਆਂ ਔਰ ਸਾਨੂੰ ਪ੍ਰਾਊਡ ਹੁੰਦਾ ਜਦੋਂ ਇਹੋ ਜਿਹੀਆਂ ਬੱਚੀਆਂ ਆਉਣਗੀਆਂ ਸੋ ਮੇਰੀਆਂ ਤਾਂ ਕਾਮਨਾਵਾਂ ਇਹਨਾਂ ਦੇ ਨਾਲ ਆ ਸ਼ੁਭ ਕਾਮਨਾਵਾਂ ਔਰ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਔਰ ਜਿੱਤ ਵੀ ਬਖਸ਼ੂਗਾ ਸੋ ਇੰਨੇ ਮੇਰੇ ਵਿਚਾਰ ਸੀ ਥੈਂਕ ਯੂ ਤੁਹਾਡਾ ਸਮਾਂ ਦੇਣਾ ਧੰਨਵਾਦ ਥੈਂਕ ਯੂ ਬਰਾੜ ਸਾਹਿਬ ਭਾਰਤੀ ਤੁਹਾਨੂੰ ਸਪੋਰਟ ਮਿਲਣ ਲੱਗੀ ਲੋਕਾਂ ਦੀ ਬਰਾੜ ਸਾਹਿਬ ਨੇ ਜੋ ਗੱਲਾਂ ਕਹੀਆਂ ਕਿਦਾਂ ਦਾ ਲੱਗ ਰਿਹਾ ਸੁਣ ਕੇ ਕੀ ਕਹਿਣਾ ਚਾਹੋਗੇ ਇਸ ਤੇ
ਮੈਂ ਪਹਿਲਾਂ ਤਾਂ ਥੈਂਕ ਯੂ ਕਹਿਣਾ ਇਹਨਾਂ ਨੂੰ ਕਿ ਇਹਨਾਂ ਨੇ ਫੋਨ ਕਰਕੇ ਪਾਰਟਿਸਿਪੇਟ ਕੀਤੀ ਆ, ਪਰ ਇਹ ਵਧੀਆ ਗੱਲ ਹੈਗੀ ਆ ਕਿ ਇਸ ਕਰਕੇ ਮੈਂ ਪਹਿਲਾਂ ਵੀ ਕਹਿੰਦੀ ਸੀ ਕਿ ਮੈਨੂੰ ਇਦਾਂ ਨਹੀਂ ਲੱਗਦਾ ਕਿ ਮੈਂ ਫੀਮੇਲ ਹੋ ਕੇ ਕਿਤੇ ਜਾ ਨਹੀਂ ਸਕਦੀ, ਕੁਝ ਕਰ ਨਹੀਂ ਸਕਦੀ। ਐਕਚੁਅਲੀ ਫੀਮੇਲ ਹੋਣਾ ਮੇਰਾ, ਜਿੱਦਾਂ ਕਹਿੰਦੇ ਆ ਇੰਟਰਨੈਟ ਤੇ, ਮੇਰੀ ਸੁਪਰ ਪਾਵਰ ਆ। ਹੋਰ ਤਰੀਕੇ ਨਾਲ ਚੀਜ਼ਾਂ ਨੂੰ ਮੈਂ ਸਮਝ ਸਕਦੀ ਹਾਂ, ਹੋਰ ਹੱਲ ਮੈਂ ਲੈ ਕੇ ਆ ਸਕਦੀ ਹਾਂ ਲੋਕਾਂ ਦੇ ਚੈਲੰਜਸ ਨੂੰ। ਤੇ ਮੈਂ ਧੰਨਵਾਦ ਕਰਦੀ ਹਾਂ ਇਹਨਾਂ ਦੇ ਕਿ ਇਹਨਾਂ ਨੇ ਫੋਨ ਕਰਕੇ ਪਾਰਟਿਸਿਪੇਟ ਵੀ ਕੀਤੀ ਆ। ਤੇ ਮੈਂ ਐਨਕਰੇਜ ਕਰਦੀ ਹਾਂ ਫੀਮੇਲ ਕੈਂਡੀਡੇਟਸ ਨੂੰ ਕਿ ਤੁਸੀਂ ਸਾਹਮਣੇ ਆਓ, ਤੁਸੀਂ ਪਾਰਟਿਸਿਪੇਟ ਕਰੋ। ਇਹ ਡੈਮੋਕ੍ਰੈਟਿਕ ਪ੍ਰੋਸੈਸ ਹੈਗੀ ਆ। ਕਿਸੇ ਲਾਈਕ ਧਮਕਾਉਣ ਡਰਾਉਣ ਦੀ ਗੱਲ ਛੱਡੋ, ਕਿਸੇ ਨੇ ਕਰਨਾ ਕੋਨਾ ਕੁਛ ਹੈ ਨਹੀਂ। ਜੀ ਹਾਂ, ਸੋ ਨਾ ਡਰਨ। ਕੈਨੇਡੀਅਨ ਬੱਚੇ ਸਪੈਸ਼ਲੀ ਜਿਹੜੇ ਇੱਥੋਂ ਦੇ ਜੰਮਪਲ ਹੈ, ਪੰਜਾਬੀ ਪਰਿਵਾਰਾਂ ਦੇ ਬੱਚੇ ਨੇ, ਉਹ ਪੋਲਿਟਿਕਸ ਦੇ ਵਿੱਚ ਆਉਣ ਤਾਂ ਕਿ ਪੋਲਿਟਿਕਸ ਨੂੰ ਵਧੀਆ ਤਰੀਕੇ ਨਾਲ ਜਿਹੜਾ ਬਦਲਾਵ ਲਿਆਂਦਾ ਜਾ ਸਕੇ, ਰਾਈਟ? ਐਬਸੋਲੂਟਲੀ। ਥੈਂਕ ਯੂ ਸੋ ਮਚ ਭਾਰਤੀ ਇੰਟਰਵਿਊ ਦੇ ਵਿੱਚ ਆਉਣ ਦੇ ਲਈ, ਔਰ ਬਹੁਤ ਸੋਹਣੀਆਂ ਗੱਲਾਂ, ਔਰ ਆਪਣਾ ਏਜੰਡਾ ਸਪੈਸ਼ਲੀ ਐਬਸਫੋਰਡ ਦੇ ਲਈ ਤੁਸੀਂ ਕਲੀਅਰ ਕੀਤਾ। ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਰਤੀ ਸੰਧੂ ਨੇ ਆਪਣਾ ਚੋਣ ਏਜੰਡਾ ਜਿਹੜਾ ਉਹ ਕਲੀਅਰ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਵੀ ਕੁਝ ਪ੍ਰੋਬਲਮਸ ਉਹਨਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ, ਸਪੈਸ਼ਲੀ ਕੈਨੇਡੀਅਨ ਜਦੋਂ ਸਿਆਸਤ ਦੇ ਵਿੱਚ ਕੁਝ ਚੀਜ਼ਾਂ ਨਾ ਹੁੰਦੀਆਂ ਹੋਣ ਤਾਂ ਅਚਾਨਕ ਉਹ ਹੋਣੀਆਂ ਸ਼ੁਰੂ ਹੋ ਜਾਣ ਤਾਂ ਉਹ ਇੱਕ ਵੱਡੀ ਖਬਰ ਤਾਂ ਹੁੰਦੀ ਹੈ। ਪੋਸਟਰ ਵਿਵਾਦ ਹੋਇਆ, ਇਹਨਾਂ ਦੇ ਪੋਸਟਰਾਂ ਨੂੰ ਕਾਫੀ ਜ਼ਿਆਦਾ ਥਾਵਾਂ ਦੇ ਉੱਤੇ ਉਤਾਰ ਦਿੱਤਾ ਗਿਆ ਜਾਂ ਫਾੜ ਦਿੱਤਾ ਗਿਆ ਤੇ ਕੁਝ ਇਹਨਾਂ ਨੂੰ ਹੋਰ ਵੀ ਕੁਝ ਬੜੀਆਂ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪਰ ਉਹ ਕਹਿੰਦੇ ਕਿ ਮੈਂ ਕਿਸੇ ਚੀਜ਼ ਤੋਂ ਡਰਦੀ ਨਹੀਂ, ਕਿਉਂਕਿ ਮੈਂ ਲੋਕਾਂ ਦੀ ਸੇਵਾ ਕਰਨੀ ਹੈ ਤੇ ਲੋਕਾਂ ਦੀ ਸੇਵਾ ਕਰਨ ਦੇ ਲਈ ਡਟ ਕੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਜਾ ਰਹੀ ਹਾਂ ਔਰ ਜਾਂਦੀ ਰਵਾਂਗੀ। ਦੇਖਦੇ ਹਾਂ 15 ਅਕਤੂਬਰ ਨੂੰ ਫਤਵਾ ਮਿਲੇਗਾ ਜਾਂ ਨਹੀਂ, ਜਾਂ ਕਿਹੜੇ ਕੈਂਡੀਡੇਟ ਦੇ ਉੱਤੇ ਐਬਸਫੋਰਡ ਵਾਸੀ ਆਪਣੀ ਮੋਹਰ ਲਗਾਉਂਦੇ ਨੇ। ਇਜਾਜ਼ਤ ਦਿਓ, ਫਿਰ ਮਿਲਦੇ ਹਾਂ ਕੱਲ ਦ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।